ਗੁਰੂ ਗ੍ਰੰਥ ਸਾਹਿਬ ਜੀ ਕੀ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਸਥਾਨ ਤੋਂ ਸਰਵਣ ਕਰਦੀਆਂ ਹੋ। ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਮਾਲਕ ਜੀ ਆਪ ਰਸਨੌਤੀ ਵਰਤ ਕੇ ਆਪਣੀ ਬਾਣੀ ਆਪਣੇ ਸ਼ਬਦ ਦੀ ਵਿਚਾਰ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪੰਜਵਾ। ਘਰ ਪਹਿਲਾ। ਮੇਰੇ ਮਨ ਸੁਖ ਦਾਤਾ ਹਰਿ ਸੋਏ, ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ। ਰਹਾਉ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਸ੍ਰੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 42 ਦੇ ਉੱਪਰ ਸੁਭਾਇਮਾਨ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਜੋ ਉਪਦੇਸ਼, ਜੋ ਸਿੱਖਿਆ ਸਤਿਗੁਰੂ ਜੀ ਵੱਲੋਂ ਦਿੱਤੀ ਹੈ, ਉਹਦੇ ਵਿੱਚ ਸਤਿਗੁਰੂ ਜੀ ਮਨ ਨੂੰ ਸੰਬੋਧਨ ਕਰਕੇ ਸੰਸਾਰਿਕ ਪਦਾਰਥਾਂ ਵਾਲੇ ਪਾਸੇ ਤੋਂ ਉਪਰਾਮ ਹੋਣ ਦੇ ਲਈ ਜਗਤ ਦੀ ਅਸਲੀਅਤ ਸਤਿਗੁਰੂ ਜੀ ਮਨ ਨੂੰ ਸਮਝਾ ਰਹੇ। ਕਿ ਮਨਾ ਜਿਨ੍ਹਾਂ ਪਦਾਰਥਾਂ ਪਿੱਛੇ ਤੂੰ ਖਚਤ ਹੈ ਜਾਂ ਤੂੰ ਲੱਗਿਆ ਹੋਇਆ ਹੈ, ਇਹ ਕਿਸੇ ਦੇ ਨਹੀਂ ਔਰ ਇਹਨਾਂ ਵਿੱਚੋਂ ਤੂੰ ਸੁੱਖ ਲੱਭਣ ਦੀ ਕੋਸ਼ਿਸ਼ ਯਤਨ ਪਿਆ ਕਰਦਾ ਹੈ।
ਇਹਨਾਂ ਵਿੱਚੋਂ ਸੁੱਖ ਤੇ ਨਹੀਂ ਮਿਲਣਾ, ਪਰ ਇਹ ਸਾਰੇ ਦੇ ਸਾਰੇ ਤੇਰੇ ਦੁੱਖਾਂ ਦਾ ਕਾਰਨ ਜ਼ਰੂਰ ਬਣ ਸਕਦੇ ਨੇ। ਤੇ ਮਨ ਨੂੰ ਨਾਲ ਦੱਸਿਆ ਵੀ ਅਸਲ ਦੇ ਵਿੱਚ ਸੁਖ ਦਾਤਾ ਕੌਣ ਹੈ ਔਰ ਸੁੱਖ ਮਿਲਣਗੇ ਕਿਵੇਂ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਰਹਾਉ ਦੀ ਪੰਕਤੀ ਵਿੱਚ ਬਚਨ ਆਖੇ, ਮੇਰੇ ਮਨ, ਹੇ ਮੇਰੇ ਮਨਾ, ਸੁਖ ਦਾਤਾ ਹਰ ਸੋਏ। ਉਹ ਹਰੀ ਪਰਮਾਤਮਾ ਹੈ ਜਿਹੜਾ ਸੁੱਖਾਂ ਦਾ ਦਾਤਾ ਹੈ। ਗੁਰ ਪ੍ਰਸਾਦੀ ਪਾਈ ਹੈ, ਉਹਨੂੰ ਪ੍ਰਾਪਤ ਕਰਨ ਦੇ ਲਈ ਗੁਰੂ ਕੀ ਕਿਰਪਾ ਚਾਹੀਦੀ ਹੈ, ਰਹਿਮਤ ਚਾਹੀਦੀ ਹੈ। ਕਰਮ ਪ੍ਰਾਪਤ ਹੋਏ ਔਰ ਮਿਲਦਾ ਉਹ ਬਖਸ਼ਿਸ਼ ਸਦਕਾ ਹੀ ਹੈ, ਬਖਸ਼ਿਸ਼ ਤੋਂ ਬਿਨਾਂ ਨਹੀਂ। ਸੁੱਖਾਂ ਦਾ ਦਾਤਾ ਹਰੀ ਪਰਮਾਤਮਾ ਹੈ ਔਰ ਉਹ ਮਿਲੇਗਾ ਗੁਰੂ ਕੀ ਕਿਰਪਾ ਦੇ ਸਦਕਾ, ਗੁਰੂ ਕੀ ਰਹਿਮਤ ਦੇ ਸਦਕਾ। ਔਰ ਬਿਨਾਂ ਬਖਸ਼ਿਸ਼ ਤੋਂ ਉਹਦੀ ਪ੍ਰਾਪਤੀ ਵੀ ਨਹੀਂ, ਕਰਮ ਤੋਂ ਬਿਨਾਂ ਉਹਦੀ ਪ੍ਰਾਪਤੀ ਨਹੀਂ ਹੈ। ਰਹਾਉ ਦੀ ਪੰਕਤੀ ਵਿੱਚ ਜੋ ਸਤਿਗੁਰੂ ਜੀ ਉਪਦੇਸ਼ ਦੇ ਰਹੇ ਨੇ, ਔਰ ਖਿਆਲ ਰੱਖੀਏ ਮਨ ਜਿਹੜਾ ਹੈ ਇਹ ਤੇ ਸੁੱਖ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ, ਨਿਤਾ ਪ੍ਰਤੀ ਦੌੜਿਆ ਫਿਰਦਾ ਹੈ। ਨਿਤਾ ਪ੍ਰਤੀ ਇਸ ਮਨ ਦੀ ਇੱਕ ਦੌੜ ਲੱਗੀ ਹੋਈ ਹੈ ਕਿ ਕਿਤੇ ਨਾ ਕਿਤੇ ਜਾ ਕੇ ਮੈਨੂੰ ਸੁੱਖ ਮਿਲ ਜਾਏ। ਔਰ ਸੁੱਖ ਦੀ ਪ੍ਰਾਪਤੀ ਵਾਸਤੇ ਬੰਦਾ ਹਰ ਕਰਮ ਕਰਨ ਨੂੰ ਤਿਆਰ ਹੈ। ਹਾਲਾਂਕਿ ਕਰਮ ਸਰੀਰ ਨੇ ਕਰਨਾ ਹੈ, ਪਰ ਸਰੀਰ ਦਾ ਕਰਮ ਮਨ ਹੀ ਕਰਵਾਏਗਾ, ਮਨ ਤੋਂ ਬਿਨਾਂ ਨਹੀਂ। ਕਾਇਆ ਕਰਮ ਕਰੇਗੀ, ਪਰ ਕਾਇਆ ਕਰਮ ਉਹ ਕਰੇਗੀ ਜਿਸ ਕਰਮ ਨੂੰ ਕਰਨ ਵਾਸਤੇ ਮਨ ਪ੍ਰੇਰਿਤ ਕਰੇਗਾ। ਆਪਣੀਆਂ ਜ਼ਿੰਦਗੀਆਂ ਵਿਚਲਾ ਅਨੁਭਵ ਜਦੋਂ ਵੇਖਾਂਗੇ, ਇਸ ਬਾਤ ਨੂੰ ਅਨੁਭਵ ਕਰਾਂਗੇ, ਹਰ ਕਰਮ ਪਿੱਛੇ ਮਨ ਬੈਠਾ ਹੈ। ਕੋਈ ਕਰਮ ਵੀ ਬੰਦਾ ਇਹ ਨਹੀਂ ਕਹਿ ਸਕਦਾ ਕਿ ਮੇਰੇ ਤਨ ਨੇ ਆਖਿਆ ਤੇ ਮੈਂ ਕਰਨ ਲੱਗਾ। ਜਿਹੜਾ ਵੀ ਕਰਮ ਹੈ ਉਹ ਇਹੋ ਕਹਿੰਦਾ ਹੈ ਮਨ ਕਰਦਾ ਸੀ ਤੇ ਮੈਂ ਕਰਨ ਲੱਗਿਆ। ਕੋਈ ਵੀ ਕਰਮ ਹੈ, ਜੇ ਖਾਣ ਨੂੰ ਲੈ ਕੇ ਆਖਾਂਗੇ ਫਿਰ ਵੀ ਬੰਦੇ ਦਾ ਜਵਾਬ ਹੈ ਮੇਰਾ ਮਨ ਕਰਦਾ ਸੀ। ਜਾਣ ਨੂੰ ਲੈ ਕੇ ਆਖਾਂਗੇ ਫਿਰ ਜਵਾਬ ਹੈ ਮੇਰਾ ਮਨ ਕਰਦਾ ਸੀ। ਪਹਿਨਣ ਨੂੰ ਲੈ ਕੇ ਆਖਾਂਗੇ ਤੇ ਪਹਿਨਣ ਨੂੰ ਲੈ ਕੇ ਵੀ ਇਹੋ ਆਖੇਗਾ ਮੇਰਾ ਮਨ ਕਰਦਾ ਸੀ। ਜੇ ਰਹਿਣ ਨੂੰ ਲੈ ਕੇ ਆਖਾਂਗੇ ਤੇ ਫਿਰ ਜਵਾਬ ਇਹੋ ਹੈ ਕਿ ਮੇਰਾ ਮਨ ਕਰਦਾ ਸੀ। ਹੁਣ ਖਾਧਾ ਕਿੰਨੇ ਹੈ? ਸਰੀਰ ਨੇ। ਪਾਇਆ ਕਿੰਨੇ ਹੈ? ਕਾਇਆ ਨੇ। ਰਹਿ ਕੌਣ ਰਿਹਾ? ਕਾਇਆ। ਵਿਚਰ ਤੇ ਕਾਇਆ ਹੀ ਰਹੀ ਹੈ ਨਾ। ਵਰਤ ਸਰੀਰ ਹੀ ਰਿਹਾ, ਵਰਤ ਕੁਝ ਹੋਰ ਨਹੀਂ ਰਿਹਾ। ਪਰ ਸਰੀਰ ਨੂੰ ਵਰਤਣ ਲਈ ਮਨ ਜਿਹੜਾ ਉਹ ਲੈ ਕੇ ਤੁਰਿਆ ਜਾ ਰਿਹਾ ਹੈ। ਮਨ ਕਹਿੰਦਾ ਚੰਗਾ ਖਾ ਲਾ, ਮਨ ਕਹਿੰਦਾ ਆਹ ਪਾ ਲੈਣਾ ਚਾਹੀਦਾ, ਮਨ ਕਹਿੰਦਾ ਇੱਥੇ ਰਹਿਣਾ ਚਾਹੀਦਾ, ਮਨ ਕਹਿੰਦਾ ਉਸ ਥਾਂ ਤੇ ਜਾਣਾ ਚਾਹੀਦਾ। ਸਰੀਰ ਤੁਰਿਆ ਜਾਂਦਾ ਹੈ। ਖਾਧੀ ਹੋਈ ਵਸਤੂ ਭਾਵੇਂ ਸਾਡੀ ਸਰੀਰ ਨੂੰ ਊਰਜਾ ਦੇ ਰਹੀ ਹੈ, ਉਹਨੇ ਊਰਜਾ ਦੇਣੀ ਹੈ, ਪਰ ਉਹਦਾ ਰਸ ਮਨ ਮਾਣ ਰਿਹਾ ਹੈ। ਉਹਦਾ ਰਸ ਮਨ ਮਾਣ ਰਿਹਾ। ਕਿਤੇ ਜਾਣ ਦੇ ਲਈ ਅਸੀਂ ਟਰੈਵਲ ਕੀਤਾ, ਯਾਤਰਾ ਕੀਤੀ, ਪਹੁੰਚੇ, ਉਹ ਸਾਡਾ ਸਰੀਰ ਪਹੁੰਚ ਰਿਹਾ ਹੈ। ਉੱਥੇ ਜਾ ਕੇ ਉੱਥੋਂ ਦਾ এনवायरमेंट, ਉੱਥੋਂ ਦਾ ਵਾਤਾਵਰਨ, ਉਸ ਚੀਜ਼ ਨੂੰ ਕਾਇਆ ਨੇ ਮੰਨਣਾ, ਪਰ ਉੱਥੋਂ ਜਿਹੜਾ ਰਸ ਉਪਜਣਾ ਨਾ,
ਉਹ ਮਨ ਨੇ ਮੰਨਣਾ। ਇਸੇ ਤਰ੍ਹਾਂ ਪਹਿਨਣ ਦੇ ਕਰਕੇ ਜਾਂ ਰਹਿਣ ਦੇ ਕਰਕੇ ਹਰ ਕਰਮ ਵਿੱਚੋਂ, ਭਾਵੇਂ ਕਰਮ ਸਰੀਰ ਕਰਕੇ ਹੀ ਹੈ, ਕਾਇਆ ਕਰਕੇ, ਵਸਤਰ ਕਿਉਂ ਪਾ ਰਹੇ ਆ? ਤਨ ਦਾ ਨੰਗੇਜ ਢੱਕਣ ਵਾਸਤੇ ਹੀ ਪਾ ਰਹੇ ਆ। ਮਨ ਦਾ ਨੰਗੇਜ ਥੋੜੀ ਇਹਨਾਂ ਵਸਤਰਾਂ ਨਾਲ ਢੱਕ ਲਾਂਗੇ। ਹੁਣ ਸਰੀਰ ਉੱਤੇ ਪਾਏ ਵਸਤਰ ਸੀ ਤਨ ਦਾ ਨੰਗੇਜ ਢੱਕਣ ਲਈ। ਮਨ ਨੇ ਆਖਿਆ ਵੀ ਤੂੰ ਸਿੱਧੇ ਸਿੰਪਲ ਸਾਦੇ ਵਸਤਰ ਨਹੀਂ ਪਾਉਣੇ, ਤੇਰੇ ਵਸਤਰਾਂ ਵਿੱਚ ਵੀ ਇੱਕ ਅਲੱਗ ਜਿਹਾ ਰੂਪ ਨਜ਼ਰ ਆਉਣਾ ਚਾਹੀਦਾ ਹੈ। ਉਹ ਮਨ ਨੇ ਕਿਹਾ, ਸਰੀਰ ਪਾ ਲਿਆ। ਹੁਣ ਪਾਏ ਹੋਏ ਨਾਲ ਨੰਗੇਜ ਸਰੀਰ ਦਾ ਢੱਕਿਆ ਜਾ ਰਿਹਾ, ਪਾਏ ਹੋਏ ਦੇ ਨਾਲ ਵਸਤਰ ਸਰੀਰ ਉੱਤੇ ਧਾਰਨ ਗਰਮੀ ਸਰਦੀ ਤੋਂ ਬਚਾਅ ਹੈ, ਪਰ ਰਸ ਕੌਣ ਲੈ ਰਿਹਾ? ਮਨ ਹੀ ਲੈ ਰਿਹਾ ਨਾ। ਸਤਿਗੁਰੂ ਜੀ ਕਹਿੰਦੇ, ਮੇਰੇ ਮਨ ਸੁਖ ਦਾਤਾ ਹਰ ਸੋਏ। ਤੂੰ ਰਸ ਤੇ ਲੈ ਰਿਹਾ, ਪਰ ਤੇਰੇ ਲਏ ਹੋਏ ਰਸ ਸਦੀਵ ਨਹੀਂ। ਤੂੰ ਮਨਾ ਅਜੇ ਵੀ ਦੁਖੀ ਤੁਰਿਆ ਫਿਰਦਾ ਹੈ। ਮਨਾ ਤੂੰ ਅਜੇ ਵੀ ਚਿੰਤਤ ਹੈ, ਅਜੇ ਵੀ ਦੁਖੀ ਹੈ, ਦੁੱਖ ਵਿੱਚ ਬੈਠਾ ਹੈ। ਕਿ ਮਨ ਚੰਗਾ ਖਾ ਕੇ ਜਾਂ ਪਹਿਨ ਕੇ ਇਹ ਗੱਲ ਕਹਿੰਦਾ ਵੀ ਮੈਂ ਸੈਟੀਸਫਾਈ ਹਾਂ, ਮੈਂ ਸੁਖੀ ਹਾਂ। ਮਨ ਤਿਆਰ ਹੈ ਇਸ ਗੱਲ ਨੂੰ ਮੰਨਣ। ਮਨ ਨੇ ਆਪਣੇ ਅਨੁਸਾਰੀ ਸਰੀਰ ਨੂੰ ਖਵਾ ਲਿਆ। ਕਈ ਵਾਰ ਵੇਖੋ ਨਾ, ਖਾਦਾ ਐਸੇ ਪਦਾਰਥ ਨੂੰ ਵੀ ਖਾਣ ਲਈ ਮਨੁੱਖ ਤਿਆਰ ਹੋ ਜਾਂਦਾ ਜੋ ਸਰੀਰ ਨੂੰ ਨਹੀਂ ਸੂਟੇਬਲ, ਸਰੀਰ ਨੂੰ ਉਹ ਭਲਾ ਨਹੀਂ, ਬੰਦਾ ਫਿਰ ਵੀ ਖਾਂਦਾ ਹੈ। ਸਰੀਰ ਨੂੰ ਭਲਾ ਨਹੀਂ, ਬੰਦਾ ਫਿਰ ਵੀ ਪੀਂਦਾ ਹੈ, ਕਾਰਨ ਮਨ ਕਰਦਾ ਹੈ। ਕੀ ਮਨ ਪਿੱਛੇ ਲੱਗ ਕੇ ਸਰੀਰ ਦੁਆਰਾ ਵਰਤਿਆ ਹੋਇਆ ਕੋਈ ਵੀ ਪਦਾਰਥ ਮਨ ਨੂੰ ਸੈਟੀਸਫੈਕਸ਼ਨ ਦੇ ਸਕਦਾ ਹੈ? ਜੇ ਮਨ ਨੂੰ ਸੰਤੁਸ਼ਟੀ ਦੇ ਰਿਹਾ ਤੇ ਕਿੰਨੇ ਚਿਰ ਦੀ ਦੇ ਰਿਹਾ? ਕੋਈ ਪਦਾਰਥ ਆਪਾਂ ਸਰੀਰ ਨੂੰ ਦਿੱਤਾ, ਕਾਇਆ ਨੂੰ ਦਿੱਤਾ, ਮਨ ਪਿੱਛੇ ਲੱਗ ਕੇ ਦਿੱਤਾ। ਉਹ ਜਿਹੜਾ ਮਨ ਪਿੱਛੇ ਲੱਗ ਕੇ ਕਾਇਆ ਨੂੰ ਪਦਾਰਥ ਦਿੱਤਾ ਹੈ, ਉਹ ਕਿੰਨੇ ਚਿਰ ਦੀ ਸੰਤੁਸ਼ਟੀ ਦੇ ਰਿਹਾ ਹੈ, ਜਿਹਦੇ ਨਾਲ ਸਾਡਾ ਮਨ ਸੰਤੁਸ਼ਟ ਰਹੇਗਾ? ਪਲ ਦੀ, 2 ਪਲ ਜਾਂ 4 ਪਲ ਦੀ, ਇਸ ਤੋਂ ਵੱਧ ਕੇ ਨਹੀਂ। ਫਿਰ ਮਨ ਕੀ ਕਰਦਾ? ਤਰ੍ਹਾਂ ਤਰ੍ਹਾਂ ਦੇ ਪਦਾਰਥ ਹੋਰ ਖੋਜਦਾ ਹੈ ਵੀ ਸ਼ਾਇਦ ਸੁੱਖ ਮਿਲ ਜਾਏ। ਦੌੜਿਆ ਫਿਰਦਾ ਕਦੇ ਕਿਸੇ ਪਾਸੇ, ਕਦੇ ਕਿਸੇ ਪਾਸੇ। ਮਨ ਦੀ ਦੌੜ ਹੈ, ਲੱਗੀ ਹੋਈ ਹੈ, ਦਿਨ ਰਾਤ ਦੌੜਿਆ ਫਿਰਦਾ ਹੈ। ਗੁਰੂ ਬਾਬਾ ਜੀ ਆਖਦੇ, ਕਹਿੰਦੇ ਮਨਾ ਇੱਕ ਗੱਲ ਚੇਤੇ ਰੱਖ, ਜਿਨ੍ਹਾਂ ਪਿੱਛੇ ਤੂੰ ਹੈ ਉਹਨਾਂ ਕੋਲ ਸੁੱਖ ਨਹੀਂ। ਜਿਨ੍ਹਾਂ ਮਗਰ ਤੂੰ ਤੁਰਿਆ ਜਾਂਦਾ ਉਹਨਾਂ ਕੋਲ ਸੁੱਖ ਨਹੀਂ। ਜਿਹਨੂੰ ਤੂੰ ਛੱਡ ਕੇ ਆਇਆ ਉਹ ਹੈ ਹੀ ਸੁੱਖ। ਸੁੱਖ ਉੱਥੇ ਹੈ ਹੀ ਖਜ਼ਾਨਾ ਸੁੱਖਾਂ ਦਾ। ਬਸ ਆਹ ਫਰਕ ਹੈ। ਇੱਕ ਪਿੱਛੇ ਮਨ ਭੱਜਿਆ ਜਾਂਦਾ, ਇੱਕ ਨੂੰ ਪਿੱਛੇ ਛੱਡ ਕੇ ਆ ਗਿਆ। ਜਿਨ੍ਹਾਂ ਪਿੱਛੇ ਮਨ ਭੱਜਿਆ ਜਾਂਦਾ ਉਹਨਾਂ ਕੋਲ ਸੁੱਖ ਨਹੀਂ। ਜਿਹਨੂੰ ਛੱਡ ਕੇ ਆ ਗਿਆ ਉਹ ਸੁੱਖਾਂ ਦਾ ਖਜ਼ਾਨਾ ਹੈ। ਬਸ ਬਾਤ ਇਹ ਸੀ ਕਿ ਮਨ ਨੂੰ ਮਹਿਸੂਸ ਹੋਇਆ, ਜਾਂ ਮਨ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਪਦਾਰਥਾਂ ਵਿੱਚ ਸੁੱਖ ਹੈ, ਦੌੜ ਪਿਆ। ਜੇ ਇਹੋ ਬਾਤ ਅਸੀਂ ਮਨ ਨੂੰ ਇਹ ਮਹਿਸੂਸ ਕਰਾ ਦਈਏ, ਮਨਾ ਪਦਾਰਥਾਂ ਵਿੱਚ ਸੁੱਖ ਨਹੀਂ, ਜਿਹਨੂੰ ਤੂੰ ਛੱਡ ਕੇ ਆਇਆ ਨਾ ਉਹ ਸੁੱਖਾਂ ਦਾ ਖਜ਼ਾਨਾ, ਸੁੱਖ ਉੱਥੇ ਹੈ, ਮਨ ਉਸ ਪਾਸੇ ਹੋ ਜਾਏਗਾ। ਉਸ ਗੱਲ ਤੇ ਆ ਵੀ ਮਨ ਨੂੰ ਅਸੀਂ ਅਨੁਭਵ, ਮਨ ਨੂੰ ਇਸ ਚੀਜ਼ ਦਾ ਅਸੀਂ ਅਹਿਸਾਸ ਨਹੀਂ ਕਰਵਾ ਸਕੇ ਕਿ ਮਨਾ ਸੁੱਖ ਦਾਤਾ ਤੂੰ ਛੱਡ ਕੇ ਆਇਆ।
ਮਨ ਨੂੰ ਇਸ ਗੱਲ ਦਾ ਅਹਿਸਾਸ ਅਸੀਂ ਨਹੀਂ ਕਰਵਾ ਸਕੇ ਕਿ ਮਨ ਨੇ ਸੁੱਖਾਂ ਦੇ ਦਾਤੇ ਨੂੰ ਛੱਡਿਆ ਗਏ, ਨਾ ਕਿ ਇਹ ਸੁੱਖਾਂ ਪਿੱਛੇ ਦੌੜਿਆ ਜਾਂ ਸੁੱਖ ਇਹਨੂੰ ਮਿਲਣਗੇ। ਔਰ ਖਿਆਲ ਰੱਖੋ, ਅੱਜ ਦਾ ਇਨਸਾਨ ਜਿੰਨਾ ਵਿਆਕੁਲ ਹੈ, ਜਿੰਨਾ ਦੁਖੀ ਹੈ, ਜਿੰਨਾ ਕੁਰਲਾ ਰਿਹਾ, ਇਹਨੂੰ ਕੋਈ ਕੰਮ ਕਹਿ ਦੋ ਵੀ ਇੱਥੋਂ ਸੁੱਖ ਉਪਜ ਜਾਏਗਾ, ਕੀ ਛੱਡੇਗਾ? ਕਦੇ ਵੀ ਨਹੀਂ। ਸਿਰਫ ਇੰਨਾ ਹੀ ਕਹਿਣਾ ਵੀ ਮਨੁੱਖਾ ਆਹ ਕੰਮ ਕਿਤੇ ਕਰ ਲੇਗਾ ਨਾ ਸੁੱਖ ਉਪਜ ਜਾਏਗਾ, ਤੇ ਬੰਦਾ ਨਾ ਉਸੇ ਵੇਲੇ ਹੀ ਉਹ ਕੰਮ ਕਰਨ ਨੂੰ ਤਿਆਰ ਹੋ ਜਾਂਦਾ ਹੈ। ਤੇ ਜੇ ਅਸੀਂ ਆਪਣੇ ਮਨਾਂ ਨੂੰ ਇਹ ਗੱਲ ਸਮਝਾ ਲਈਏ ਵੀ ਮਨਾ ਆਹ ਕੰਮ ਕੀਤਿਆਂ ਸੁੱਖ ਮਿਲਣਾ, ਤੇ ਕੀ ਸਾਡਾ ਮਨ ਤਿਆਰ ਨਾ ਹੋਏਗਾ? ਬਸ ਬਾਤ ਇਹ ਹੈ ਵੀ ਅਸੀਂ ਆਪਣੇ ਮਨਾਂ ਨੂੰ ਨਾ ਸੰਸਾਰ ਵਿੱਚੋਂ ਤੇ ਸੰਸਾਰਿਕ ਪਦਾਰਥਾਂ ਵਿੱਚੋਂ ਸੁੱਖ ਮਿਲਦਾ ਹੈ, ਇਹ ਚੀਜ਼ ਦਰਸਾ ਚੁੱਕੇ ਹਾਂ। ਮਨਾਂ ਨੂੰ ਅਸੀਂ ਇਹ ਬਾਤ ਦਰਸਾ ਚੁੱਕੇ ਹਾਂ ਕਿ ਸੰਸਾਰ ਵਿੱਚੋਂ ਤੇ ਸੰਸਾਰਿਕ ਪਦਾਰਥਾਂ ਵਿੱਚੋਂ ਮਨਾਂ ਸੁੱਖ ਉਪਜਦਾ ਹੈ। ਮਨ ਉਸ ਪਾਸੇ ਲੱਗਾ, ਦਿਨ ਰਾਤ ਲੱਗਾ। ਉਹ ਦਿਨ ਰਾਤ ਉਹਨਾਂ ਪਦਾਰਥਾਂ ਪਿੱਛੇ ਲੱਗੇ ਹੋਏ ਮਨ ਨੂੰ ਇਹ ਚੀਜ਼ ਅਹਿਸਾਸ ਕਰਵਾਉਣੀ ਹੈ, ਮਨਾ ਉੱਥੇ ਸੁੱਖ ਨਹੀਂ, ਸੁੱਖ ਆ ਹੈ, ਸੁੱਖ ਦਾਤਾ ਹਰ ਸੋਏ। ਇੱਥੇ ਸੁੱਖਾਂ ਦੀ ਦਾਤ ਹੈ, ਇੱਥੋਂ ਸੁੱਖ ਮਿਲਦੇ। ਫਿਰ ਨਾਲ ਦੱਸਿਆ ਸਤਿਗੁਰੂ ਜੀ ਨੇ ਕਿ ਇਹ ਸੁੱਖਾਂ ਦਾ ਦਾਤਾ ਐਵੇਂ ਨਹੀਂ ਮਿਲ ਜਾਂਦਾ। ਇਹ ਬਾਤ ਮਨ ਨੂੰ ਕੌਣ ਅਹਿਸਾਸ ਕਰਾਏਗਾ? ਇਸ ਬਾਤ ਨੂੰ ਇਹ ਬਾਤ ਮਨ ਨੂੰ ਕੌਣ ਅਨੁਭਵ ਕਰਵਾਏਗਾ? ਸਤਿਗੁਰੂ ਕਹਿੰਦੇ ਗੁਰ ਪ੍ਰਸਾਦੀ ਪਾਈ ਹੈ। ਗੁਰੂ ਕਿਰਪਾ ਕਰੇਗਾ ਤੇ ਮਨ ਨੂੰ ਪਤਾ ਲੱਗਣਾ। ਗੁਰੂ ਕਿਰਪਾ ਕਰਨਗੇ ਤੇ ਮਨ ਇਸ ਗੱਲ ਨੂੰ ਸਮਝੇਗਾ, ਮਨ ਇਸ ਗੱਲ ਨੂੰ ਮਹਿਸੂਸ ਕਰੇਗਾ, ਔਰ ਫਿਰ ਗੁਰੂ ਕੀ ਕਿਰਪਾ ਦਾ ਪਾਤਰ ਬਣਦਾ ਹੋਇਆ ਸੁੱਖਾਂ ਦੇ ਦਾਤੇ ਦੀ ਪ੍ਰਾਪਤੀ ਕਰੇਗਾ। ਜਿਵੇਂ ਸੰਸਾਰਿਕ ਕਿਸੇ ਵੀ ਪਦਾਰਥ ਦਾ ਅਨੁਭਵ ਅਸੀਂ ਉਹਨੂੰ ਵਰਤ ਰਹੇ ਮਨੁੱਖ ਕੋਲੋਂ ਲੈ ਲੈਨੇ ਆ ਵੀ ਤੂੰ ਆ ਪਦਾਰਥ ਵਰਤ ਰਿਹਾ, ਤੇਰਾ ਐਕਸਪੀਰੀਅੰਸ ਕੀ ਕਹਿ ਰਿਹਾ ਹੈ, ਤੂੰ ਇਸ ਵਸਤੂ ਦੀ ਵਰਤੋਂ ਕਰ ਰਿਹਾ, ਤੇਰਾ ਅਨੁਭਵ ਕੀ ਕਹਿ ਰਿਹਾ ਹੈ। ਅਸੀਂ ਮਨੁੱਖ ਨੂੰ ਪੁੱਛ ਲਿਆ। ਜਿਹੜੀ ਚੀਜ਼ ਦੂਜਾ ਮਨੁੱਖ ਮਾਨ ਹੀ ਨਹੀਂ ਸਕਿਆ, ਅਸੀਂ ਉਹਨੂੰ ਕੀ ਪੁੱਛਾਂਗੇ? ਇਸ ਲਈ ਗੁਰਪ੍ਰਸਾਦੀ ਗੁਰੂ ਇਸ ਚੀਜ਼ ਨੂੰ ਅਨੁਭਵ ਕਰ ਰਹੇ ਤੇ ਅਨੁਭਵ ਕਰਵਾ ਰਹੇ, ਨਿਤਾ ਪ੍ਰਤੀ ਕਰਵਾ ਰਹੇ ਕਿ ਸੁਖ ਦਾਤਾ ਹਰ ਸੋਏ। ਜਦੋਂ ਇਸ ਸੁੱਖਾਂ ਦੇ ਦਾਤੇ ਨੂੰ ਅਨੁਭਵ ਕਰਨਾ ਤੇ ਫਿਰ ਕਿੱਥੋਂ ਹੋਏਗਾ? ਗੁਰਪ੍ਰਸਾਦੀ। ਗੁਰੂ ਦੀ ਕਿਰਪਾ ਨਾਲ ਕਹਿੰਦੇ ਪ੍ਰਾਪਤ ਕਰੀਦਾ, ਔਰ ਇਹ ਪ੍ਰਾਪਤੀ ਉਦੋਂ ਹੀ ਹੁੰਦੀ ਹੈ ਜਦੋਂ ਗੁਰੂ ਆਪ ਬਖਸ਼ਿੰਦ ਬਣ ਕੇ ਰਹਿਮਤ ਕਰ ਦੇਵੇ। ਕਿਆ ਤੂੰ ਰਤਾ ਦੇਖ ਕੈ ਪੁੱਤਰ ਕਲਤਰ ਸਿੰਗਾਰ, ਰਸ ਭੋਗਹਿ ਖੁਸ਼ੀਆਂ ਕਰਹਿ, ਮਾਣਹਿ ਰੰਗ ਅਪਾਰ, ਬਹੁਤ ਕਰਹਿ ਫਰਮਾਇਸੀ, ਵਰਤੈ ਹੋਏ ਅਫਾਰ, ਕਰਤਾ ਚਿਤ ਨ ਆਵਈ, ਮਨ ਮੁਖ ਅੰਧ ਗਵਾਰ। ਉਹੀ ਮਨ ਨੂੰ ਸੰਬੋਧਨ ਕੀਤਾ ਜਿਹੜਾ ਸੁੱਖਾਂ ਦੀ ਦਾਤ ਲੈਣਾ ਚਾਹੁੰਦਾ ਹੈ। ਉਹ ਮਨ ਲੱਗਾ ਕਿੱਥੇ ਹੋਇਆ? ਕਹਿੰਦੇ ਕਿਆ ਤੂੰ ਰੱਤਾ ਦੇਖ ਕੇ, ਮਸਤ ਹੋਇਆ ਪਿਆ ਮਨਾ ਤੂੰ ਵੇਖ ਵੇਖ ਕੇ
ਪੁੱਤਰ ਕਲਤਰ ਸ਼ਿੰਗਾਰ। ਆਪਣੇ ਪੁੱਤਰਾਂ ਨੂੰ, ਧੀਆਂ ਨੂੰ, ਇਸਤਰੀ ਨੂੰ, ਜਾਂ ਸਰੀਰਕ ਸ਼ਿੰਗਾਰ, ਕਾਇਆਂ ਦੇ ਸ਼ਿੰਗਾਰ, ਇਹਨਾਂ ਨੂੰ ਵੇਖ ਕੇ ਮਨਾਂ ਤੂੰ ਮਸਤ ਹੋਇਆ ਬੈਠਾ, ਤੈਨੂੰ ਪਰਵਾਹ ਹੀ ਨਹੀਂ ਕਿਸੇ ਦੀ। ਔਰ ਇਹਨਾਂ ਨੂੰ ਵੇਖਦਾ ਹੋਇਆ ਜਿੱਥੇ ਮਸਤ ਹੈ ਨਾ, ਉੱਥੇ ਰਸ ਭੋਗੈ, ਖੁਸ਼ੀਆਂ ਕਰੇ, ਬੜਾ ਕੁਝ ਕਰਦੇ। ਮਾਣੇ ਰੰਗ ਅਪਾਰ, ਬੜੇ ਤਰ੍ਹਾਂ ਦੇ ਰੰਗ ਵੀ ਮਾਣਦਾ, ਰੰਗ ਰਲੀਆਂ ਮਾਣਦਾ ਫਿਰਦਾ ਤੂੰ। ਕਰਤੇ ਮਨ ਹੀ ਰਿਹਾ ਨਾ, ਇਲਜ਼ਾਮ ਕਾਇਆਂ ਤੇ ਲੱਗ ਰਿਹਾ ਹੈ, ਪਰ ਕਰ ਮਨ ਹੀ ਰਿਹਾ, ਕਰ ਕਾਇਆ ਨਹੀਂ ਰਹੀ, ਸਰੀਰ ਨਹੀਂ ਕਰ ਰਿਹਾ। ਸਰੀਰ ਤੇ ਬਿਨਾਂ ਕਮਾਂਡ ਤੋਂ ਹਿੱਲ ਹੀ ਨਹੀਂ ਸਕਦਾ। ਕਾਇਆ ਨੂੰ ਤੇ ਆਰਡਰ ਮਿਲਣਾ ਹੈ। ਆਰਡਰ ਕਿਹਨੇ ਦੇਣਾ ਹੈ? ਮਨ ਨੇ। ਜੋ ਆਰਡਰ ਮਿਲ ਗਿਆ ਕਾਇਆ ਉਹ ਕਰੇਗਾ, ਸਰੀਰ ਉਹ ਕਰੇਗਾ। ਤੇ ਹੁਣ ਮਨ ਕਿੱਥੇ ਰੱਤਾ ਹੋਇਆ? ਕਿਆ ਤੂੰ ਰੱਤਾ ਦੇਖ ਕੇ ਪੁੱਤਰ ਕਲਤਰ ਸ਼ਿੰਗਾਰ। ਫਿਰ ਰਸ ਭੋਗੈ ਖੁਸ਼ੀਆਂ ਕਰੇ, ਮਾਣੇ ਰੰਗ ਅਪਾਰ। ਇਹਨਾਂ ਸਾਰੀਆਂ ਚੀਜ਼ਾਂ ਵਿੱਚ ਮਨ ਮਸਤ ਹੋਇਆ ਬੈਠਾ ਹੈ। ਤੇ ਸਤਿਗੁਰੂ ਕਹਿੰਦੇ ਬਹੁਤ ਕਰੇ ਫਰਮਾਇਸ਼ੀ, ਵਰਤੈ ਹੋਏ ਅਫਾਰ। ਹੁਕਮ ਵੀ ਬੜੇ ਚਲਾਉਂਦਾ ਫਿਰਦਾ ਤੂੰ, ਆਫਰਿਆ ਫਿਰਦਾ। ਆਫਰ ਕੇ ਹੰਕਾਰ ਦੇ ਵਿੱਚ ਮਗਨ ਹੋਇਆ, ਮਗਰੂਰ ਹੋਇਆ ਮਨੁੱਖਾ ਤੂੰ ਵਰਤਦਾ, ਵਿਚਰ ਰਿਹਾ। ਤੇ ਇਹ ਸਾਰਾ ਕੁਝ ਕਰਦਿਆਂ ਚੇਤਾ ਰੱਖੀ ਮਨਾ, ਕਰਤਾ ਚਿਤ ਨ ਆਵਈ, ਮਨਮੁਖ ਅੰਧ ਗਵਾਰ। ਤੇ ਜੇ ਤੈਨੂੰ ਕਰਤਾ ਚੇਤੇ ਚ ਨਾ ਆਇਆ, ਜਾਂ ਕਰਤਾ ਤੈਨੂੰ ਚੇਤੇ ਨਾ ਆਇਆ, ਤੇ ਫਿਰ ਤੂੰ ਵੀ ਮਨਮੁਖ, ਅੰਧ ਤੇ ਗਵਾਰ ਹੀ ਹੈ। ਇਸ ਤੋਂ ਵੱਧ ਕੇ ਕੁਝ ਨਹੀਂ। ਜਿਹੜਾ ਮਨ ਪਿੱਛੇ ਲੱਗ ਕੇ ਚੱਲਿਆ ਉਹ ਹੈ ਹੀ ਮਨਮੁਖ। ਜਿਹਨੂੰ ਅਜੇ ਤੱਕ ਕਰਤਾ ਚਿੱਤ ਵਿੱਚ ਨਹੀਂ ਆਇਆ ਉਹ ਅੰਨਾ। ਜਿਹਨੂੰ ਇਹ ਹੀ ਨਹੀਂ ਪਤਾ ਲੱਗਾ ਵੀ ਸੁੱਖਾਂ ਦਾ ਦਾਤਾ ਉਹ ਹੈ, ਉਹ ਅੰਨਾ ਹੀ ਹੋਇਆ ਨਾ। ਤੇ ਉਹ ਕੀ ਕਰ ਰਿਹਾ? ਮਨ ਪਿੱਛੇ ਲੱਗ ਕੇ ਸੰਸਾਰਿਕ ਵਸਤੂਆਂ, ਪਦਾਰਥਾਂ ਵਿੱਚੋਂ ਸੁੱਖ ਲੱਭਦਾ ਫਿਰਦਾ। ਗਵਾਰ, ਮੂਰਖ ਬਣਿਆ ਹੋਇਆ। ਗਵਾਰ ਦੁਨਿਆਵੀ ਪਦਾਰਥਾਂ ਵਿੱਚੋਂ ਸੁੱਖ ਲੱਭਣ ਵਾਲਾ। ਅੰਨਾ ਜਿਹਨੂੰ ਅਜੇ ਤੱਕ ਸੁੱਖਾਂ ਦਾ ਦਾਤਾ ਦਿਸਿਆ ਨਹੀਂ। ਮਨਮੁਖ ਜਿਹੜਾ ਮਨ ਪਿੱਛੇ ਲੱਗ ਕੇ ਚੱਲ ਪਿਆ। ਸਤਿਗੁਰੂ ਕਹਿੰਦੇ ਭਾਈ ਖਿਆਲ ਰੱਖ ਮਨਾ, ਜਿਹੜਿਆਂ ਦੇ ਪਿੱਛੇ ਤੂੰ ਦੌੜਿਆ ਫਿਰਦਾ, ਜਾਂ ਜਿਨ੍ਹਾਂ ਨੂੰ ਵੇਖ ਵੇਖ ਕੇ ਪੁੱਤਰ ਕਲਤਰ ਨਾ ਸੰਗ ਤਨਾ, ਹਰ ਅਬਿਨਾਸ਼ੀਓ ਪਲਚ ਪਲਚ ਸਗਲੀ ਮੁਈ, ਝੂਠੇ ਧੰਦੇ ਮੋਹ। ਇਕਸ ਹਰ ਕੇ ਨਾਮ ਬਿਨਾ, ਅੱਗੇ ਲਈਐ ਕੋਹੇ। ਦਈ ਵਿਸਾਰ ਬਿਗੁਚਣਾ, ਪ੍ਰਭ ਬਿਨ ਅਵਰ ਨ ਕੋਏ। ਤੇ ਮਨ ਕਿੱਥੇ ਲੱਗਾ? ਮਨ ਤੇ ਅਜੇ ਤੱਕ ਪੁੱਤਰ ਕਲਤਰਾਂ ਵਿੱਚ ਹੀ ਲੱਗਾ ਹੋਇਆ ਨਾ। ਬਸ ਇਸ ਤੋਂ ਵੱਧ ਕੇ ਸ਼ਾਇਦ ਮਨੁੱਖ ਸੋਚ ਹੀ ਨਹੀਂ ਸਕਿਆ। ਇਹ ਤੋਂ ਵੱਧ ਕੇ ਮਨੁੱਖ ਸੋਚ ਨਹੀਂ ਸਕਿਆ। ਆਪਣੇ ਪਰਿਵਾਰ ਤੱਕ ਹੀ ਸੋਚ ਸਕਿਆ। ਜਦੋਂ ਪਰਿਵਾਰ ਤੱਕ ਸੋਚਦਾ, ਉਦੋਂ ਫਿਰ ਸਾਹਿਬ ਜੀ ਚੇਤੇ ਕਰਵਾਉਂਦੇ, ਫਰੀਦਾ ਕਿੱਥੇ ਤੈਂਡੇ ਮਾਪਿਆ, ਜਿੰਨੀ ਤੂੰ ਜਣਿਓ ਹੈ, ਤੈ ਪਾਸੋਂ ਓਏ ਲੱਦ ਗਏ। ਤੂੰ ਅਜੇ ਨਾ ਪਤੀਣਿਓ ਹੈ, ਅਜੇ ਤੱਕ ਨਹੀਂ ਭਤੀਜਿਆ ਤੂੰ, ਅਜੇ ਤੱਕ ਤੈਨੂੰ ਵਿਸ਼ਵਾਸ ਨਹੀਂ ਹੋਇਆ। ਤੇਰੇ ਕੋਲੋਂ ਹੀ ਗਏ ਨੇ। ਪੁੱਤਰਾਂ ਕਲਤਰਾਂ ਬਾਰੇ ਤੇ ਉਹਨਾਂ ਵੀ ਬਹੁਤ ਸੋਚਿਆ ਹੋਣਾ, ਤੇਰੇ ਬਾਰੇ ਵੀ ਤੇ ਸੋਚਿਆ ਹੀ ਹੈ। ਜੇ ਹੁਣ ਆਪਾਂ ਆਪਣੀ ਗੱਲ ਕਰੀਏ, ਸਾਡੇ ਮਾਂ-ਬਾਪ ਨੇ ਸਾਡੇ ਬਾਰੇ ਸੋਚਿਆ,
ਆਉਣ ਵਾਲੇ ਟਾਈਮ 'ਚ ਅਸੀਂ ਆਪਣੀ ਔਲਾਦ ਬਾਰੇ ਸੋਚਾਂਗੇ। ਇਹੀ ਕੁਝ ਹੀ ਹੈ, ਸਮਾਜ ਵਿੱਚ ਚੱਲ ਹੀ ਇਹ ਕੁਝ ਰਿਹਾ। ਜਾਂ ਅੱਜ ਜਿਹੜੇ ਮਾਂ-ਬਾਪ ਉਹ ਆਪਣੀ ਔਲਾਦ ਬਾਰੇ ਸੋਚ ਰਹੇ, ਤੇ ਮਨ ਇੱਥੋਂ ਤੱਕ ਹੀ ਸੋਚ ਸਕਿਆ, ਇਦੋਂ ਵੱਧ ਮਨ ਦੀ ਸੋਚ ਵਧੀ ਨਹੀਂ। ਆਹ ਕੰਮ ਕਿਉਂ ਕਰ ਰਹੇ ਆ? ਪੁੱਤਰ ਧੀਆਂ ਸੌਖੇ ਰਹਿਣ। ਇੰਨੀ ਨੱਠ ਭੱਜ ਦੌੜ ਕਿਉਂ ਕਰ ਰਹੇ ਆ? ਪੁੱਤਰ ਧੀਆਂ ਸੌਖੇ ਰਹਿਣ। ਇੰਨਾ ਧਨ ਕਿਉਂ ਜੋੜ ਰਹੇ ਆ? ਔਲਾਦ ਸੌਖੀ ਰਹੇ। ਇੰਨਾ ਖਲਾਰਾ ਪਸਾਰਾ ਕਿਉਂ ਖਲਾਰਿਆ ਤੇ ਪਸਾਰਿਆ? ਔਲਾਦ ਸੌਖੀ ਰਹੇ। ਇਦੋਂ ਬਿਨਾ ਕੋਈ ਸੋਚਿਆ? ਘਰ ਕਿਉਂ ਬਣਾਇਆ? ਔਲਾਦ ਨੂੰ ਮੁਸ਼ਕਲ ਨਾ ਆਏ। ਬਿਜ਼ਨਸ ਕਿਉਂ ਚਲਾਇਆ? ਔਲਾਦ ਨੂੰ ਮੁਸ਼ਕਲ ਨਾ ਆਏ। ਆਪ ਭੱਜ ਦੌੜ ਕਿਉਂ ਕਰ ਰਹੇ ਆ? ਬੱਚੇ ਸੌਖੇ ਰਹਿਣ। ਇਦੋਂ ਬਿਨਾ ਕੁਝ ਸੋਚਿਆ? ਜੇ ਕੁਝ ਸੋਚਿਆ ਮਨ ਨੇ ਤੇ ਆਪਣੇ ਮਨਾਂ ਨਾਲ ਵਿਚਾਰ ਕਰਕੇ ਵੇਖ ਲਓ, ਕੀ ਮਨਾਂ ਨੇ ਇਸ ਤੋਂ ਵੱਧ ਕੇ ਕੁਝ ਸੋਚਿਆ? ਨਹੀਂ। ਕੀ ਮਨ ਨੇ ਕਦੇ ਇਹ ਸੋਚਿਆ ਵੀ ਪੁੱਤਰਾਂ ਲਈ, ਕਲੱਤਰ ਲਈ, ਪਰਿਵਾਰ ਲਈ ਤੇ ਬਹੁਤ ਕੁਝ ਕਰ ਲਿਆ, ਮਨਾ ਆਪਣੇ ਲਈ ਕੀ ਕੀਤਾ ਹੈ? ਮੈਂ ਇਹ ਨਹੀਂ ਕਹਿ ਰਿਹਾ ਕਿ ਪਰਿਵਾਰ ਲਈ ਕਰਨਾ ਨਹੀਂ, ਪਰ ਜਿੱਥੇ ਪਰਿਵਾਰ ਲਈ ਕਰ ਰਹੇ ਆ ਉੱਥੇ ਆਪਣੇ ਲਈ ਕੀ ਕੀਤਾ ਹੈ? ਆਪਣੇ ਲਈ ਕੀ ਸੋਚਿਆ? ਮਨ ਨੇ ਆਪਣੇ ਲਈ ਕੀ ਕੀਤਾ? ਮਨ ਸੋਚ ਰਿਹਾ ਹੈ, ਕਰ ਰਿਹਾ ਹੈ, ਨਿਤਾ ਪ੍ਰਤੀ ਕਰ ਵੀ ਰਿਹਾ, ਸੋਚ, ਪਰ ਸੋਚੀ ਸਿਰਫ ਪੁੱਤਰ, ਕਲੱਤਰ, ਸ਼ਿੰਗਾਰ ਇਹਨਾਂ ਬਾਰੇ ਹੀ ਸੋਚੀ ਜਾਂਦਾ। ਸੋਚ ਰਿਹਾ, ਰਸ ਮਾਣ ਰਿਹਾ, ਭੋਗ ਰਿਹਾ, ਖੁਸ਼ੀਆਂ ਮਾਣ ਰਿਹਾ, ਰੰਗ ਦੇ ਵਿੱਚ ਕਈ ਕੁਝ ਕਰ ਰਿਹਾ, ਆਫਰਿਆ ਫਿਰਦਾ ਹੈ। ਫਿਰ ਹੁਕਮ ਬੜੇ ਚਲਾ ਰਿਹਾ ਏ। ਹੁਕਮ ਚਲਾਉਂਦਾ ਹੋਇਆ ਸਤਿਗੁਰੂ ਕਹਿੰਦੇ ਇਸ ਨੂੰ ਕਰਤਾ ਚਿਤ ਨਹੀਂ ਆਇਆ, ਰੱਬ ਚੇਤੇ ਨਹੀਂ ਆਇਆ ਤੇ ਮਨਮੁਖ ਅੰਧ ਗਵਾਰ। ਮਨ ਪਿੱਛੇ ਲੱਗ ਕੇ ਭੱਜਿਆ ਫਿਰਦਾ, ਦੌੜਿਆ ਫਿਰਦਾ, ਅੰਨਾ ਤੇ ਗਵਾਰ ਹੋਇਆ ਫਿਰਦਾ ਬੰਦਾ। ਔਰ ਇਸ ਅੰਨੇ ਤੇ ਗਵਾਰ ਹੋਏ ਮਨੁੱਖ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਆ ਜਿੰਨੇ ਸਾਰੇ ਸੰਸਾਰਿਕ ਪਦਾਰਥ ਜਾਂ ਸੰਸਾਰਿਕ ਸਾਖ ਸੰਬੰਧ ਜਿਨ੍ਹਾਂ ਦੇ ਪਿੱਛੇ ਮੈਂ ਦੌੜਿਆ ਫਿਰਦਾ, ਕੋਈ ਜਾਣੈ ਕਵਨ ਇਹਾਂ ਜਗ ਮੀਤ। ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ ਤਾਕੀ ਨਿਰਮਲ ਰੀਤ। ਕੋਈ ਵਿਰਲਾ ਹੀ ਇਸ ਗੱਲ ਨੂੰ ਜਾਣਦਾ ਤੇ ਬੁੱਝਦਾ ਹੈ ਕਿ ਮਿੱਤਰ ਕੌਣ ਹੈ। ਜਿਸ ਹੋਏ ਕਿਰਪਾਲ, ਜਿਹਦੇ ਉੱਤੇ ਕਿਰਪਾਲੂ ਹੋ ਜਾਏ, ਸੋਈ ਬਿਦ ਬੂਝੈ, ਉਹੀ ਇਸ ਵਿਧੀ ਨੂੰ ਸਮਝ ਸਕਿਆ। ਤਾਂ ਕਿ ਨਿਰਮਲ ਰੀਤ, ਉਹਦੀ ਫਿਰ ਰੀਤੀ ਨਿਰਮਲ ਹੋ ਜਾਂਦੀ। ਸਤਿਗੁਰੂ ਫਿਰ ਨਾਲ ਦੱਸਦੇ, ਮਾਤ ਪਿਤਾ ਬਨਤਾ ਸੁਤ ਬੰਧਪ, ਇਸ਼ਟ ਮੀਤ ਅਰ ਭਾਈ। ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤਹਿ ਕੋ ਨਾ ਸਹਾਈ। ਮੁਕਤ ਮਾਲ ਕਨਕ ਲਾਲ ਹੀਰਾ, ਮਨਰੰਜਨ ਕੀ ਮਾਇਆ। ਹਾ ਕਰਤ ਬਿਹਾਨੀ ਅਵਦਹ, ਤਾ ਮੈਂ ਸੰਤੋਖ ਨਾ ਪਾਇਆ। ਕਿਤੋਂ ਵੀ ਸਬਰ ਨਹੀਂ ਮਿਲਿਆ। ਔਰ ਮਨ ਫਿਰ ਵੀ ਦੌੜਿਆ ਫਿਰਿਆ। ਹਾਲਾਂਕਿ ਮਨ ਇਸ ਗੱਲ ਨੂੰ ਜਾਣਦਾ ਵੀ ਹੈ, ਇਹ ਨਹੀਂ ਵੀ ਮਨ ਜਾਣਦਾ ਨਹੀਂ, ਜਾਣਦਾ ਹੈ।
ਮਨ ਜਾਣਦਾ ਹੈ ਕਿ ਜਿੱਥੋਂ ਮੈਂ ਸੁੱਖ ਲੱਭ ਰਿਹਾ ਉੱਥੇ ਸੁੱਖ ਨਹੀਂ। ਮਨ ਜਾਣਦਾ ਹੈ ਕਿਉਂਕਿ ਠੋਕਰ ਇੱਕ ਵਾਰੀ ਵੱਜੀ, 2 ਵਾਰ ਵੱਜੀ, ਸਮਝ ਜਾਂਦਾ ਹੈ ਇਨਸਾਨ, ਪਰ ਫਿਰ ਉੱਥੇ ਹੀ ਜਾਵੇ ਤੇ ਮੂਰਖਤਾ ਹੀ ਹੋਏਗੀ ਨਾ। ਸੰਸਾਰਕ ਪਦਾਰਥਾਂ ਦੇ ਪਿੱਛੇ ਮਨ ਲੱਗਿਆ, ਮਨ ਨੂੰ ਇੱਕ ਵਾਰ ਠੋਕਰ ਵੱਜੀ, ਇੱਕ ਵਾਰ ਮਨ ਨੇ ਬਹੁਤ ਦੁੱਖ ਮਹਿਸੂਸ ਕੀਤਾ, ਦੂਜੀ ਵਾਰੀ ਫੇਰ ਤੁਰ ਪਿਆ। ਬਾਰ-ਬਾਰ ਮਨ ਸੰਸਾਰਕ ਪਦਾਰਥਾਂ ਤੋਂ ਠੋਕਰ ਖਾ ਰਿਹਾ, ਨਿਤਾ ਪ੍ਰਤੀ ਵੱਜਦੀ ਹੈ, ਪਰ ਮੁੜ ਕੇ ਉੱਠ ਕੇ ਫੇਰ ਅਗਲੇ ਦਿਨ ਉਧਰ ਨਹੀਂ ਤੁਰ ਪੈਂਦਾ। ਕੀ ਅੱਜ ਤੱਕ ਸਾਡੇ ਕੋਲੋਂ ਸੰਸਾਰਕ ਪਦਾਰਥ ਕੋਈ ਗਿਆ ਨਹੀਂ? ਕੀ ਅੱਜ ਤੱਕ ਸਾਨੂੰ ਕਿਸੇ ਸੰਸਾਰਕ ਪਦਾਰਥ ਨੇ ਦੁੱਖ ਨਹੀਂ ਦਿੱਤਾ? ਕੀ ਅੱਜ ਤੱਕ ਅਸੀਂ ਕਿਸੇ ਵੀ ਰਿਸ਼ਤੇ ਸਾਕ ਸੰਬੰਧ ਤੋਂ ਕਦੇ ਕੋਈ ਦੁੱਖ ਮਹਿਸੂਸ ਨਹੀਂ ਕੀਤਾ? ਜੇ ਤੇ ਨਹੀਂ ਕੀਤਾ ਫਿਰ ਤੇ ਕਹਿ ਸਕਦੇ ਹਾਂ ਵੀ ਮਨ ਨੂੰ ਅਜੇ ਤੱਕ ਪਤਾ ਨਹੀਂ ਲੱਗਾ। ਜੇ ਇਸ ਚੀਜ਼ ਨੂੰ ਅਜੇ ਤੱਕ ਅਸੀਂ ਮਹਿਸੂਸ ਨਹੀਂ ਕੀਤਾ ਫਿਰ ਕਹਿ ਸਕਦੇ ਹਾਂ ਜੀ ਸਾਡੇ ਮਨ ਨੇ ਅਜੇ ਤੱਕ ਨਹੀਂ ਮਹਿਸੂਸ ਕੀਤਾ, ਇਸ ਕਰਕੇ ਸਾਡੇ ਮਨ ਨੂੰ ਪਤਾ ਨਹੀਂ। ਕੋਈ ਸਰੀਰ, ਕੋਈ ਕਾਇਆ, ਕੋਈ ਮਨੁੱਖ ਇਹ ਦਾਅਵੇ ਨਾਲ ਕਹਿ ਦੇ ਕਿ ਅੱਜ ਤੱਕ ਕਿਸੇ ਸਾਕ ਸੰਬੰਧ ਕਰਕੇ ਮੈਂ ਦੁਖੀ ਨਹੀਂ ਹੋਇਆ, ਜਾਂ ਕੋਈ ਸੰਸਾਰਕ ਪਦਾਰਥ ਜਿਹਨੂੰ ਮੈਂ ਖੁਸ਼ੀ ਲਈ ਲੈ ਕੇ ਆਇਆ ਸਾਂ ਉਹਨੇ ਦੁੱਖ ਨਹੀਂ ਦਿੱਤਾ, ਜਾਂ ਜਿਹੜੇ ਮਾਇਕ ਪਦਾਰਥਾਂ ਪਿੱਛੇ ਮੈਂ ਭੱਜਿਆ ਫਿਰਦਾ ਸਾਂ ਉਹਨਾਂ ਵਿੱਚੋਂ ਅੱਜ ਤੱਕ ਦੁੱਖ ਨਹੀਂ ਉਪਜਿਆ, ਫਿਰ ਤੇ ਆਪਾਂ ਮੰਨ ਲੈਨੇ ਆ ਕਿ ਉਸ ਮਨੁੱਖ ਦੇ ਮਨ ਨੂੰ ਅਜੇ ਤੱਕ ਅਨੁਭਵ ਨਹੀਂ ਕਿ ਦੁੱਖ ਕਿੱਥੋਂ ਉਪਜਦੇ ਨੇ। ਪਰ ਕੀ ਦਾਅਵਾ ਕਰ ਸਕਦੇ ਆ? ਕਦੇ ਵੀ ਨਹੀਂ, ਕਿਉਂਕਿ ਇਹਨਾਂ ਚੀਜ਼ਾਂ ਨੂੰ ਇਨਸਾਨ ਹੰਢਾ ਰਿਹਾ, ਅਨੁਭਵ ਕਰ ਰਿਹਾ ਤੇ ਇਹਨਾਂ ਵਿੱਚੋਂ ਦੁੱਖ ਵੀ ਪਾ ਰਿਹਾ ਹੈ, ਪਰ ਫਿਰ ਮਨ ਉੱਠ ਕੇ ਇਸੇ ਪਾਸੇ ਤੁਰ ਪੈਂਦਾ ਹੈ। ਤੇ ਮੇਰੇ ਸਾਹਿਬ ਜੀ ਨੇ ਅੱਜ ਆਖਿਆ, ਇਸ ਲਈ ਮਨਾ ਤੂੰ ਐਵੇਂ ਆਫਰਿਆ ਨਾ ਫਿਰ, ਅਫਾਰ ਹੋ ਕੇ ਨਾ ਫਿਰ, ਤੂੰ ਉਸ ਕਰਤੇ ਦੀ ਯਾਦ ਵਿੱਚ ਜੁੜ, ਕਿਉਂਕਿ ਜਿਨ੍ਹਾਂ ਨੂੰ ਕਰਤਾ ਚੇਤੇ ਨਹੀਂ ਨਾ ਆਉਂਦਾ ਉਹੀ ਆਪਣੇ ਜੀਵਨ ਦੇ ਅੰਦਰ ਅੰਨਿਆਂ ਔਰ ਗਵਾਰਾਂ ਵਾਂਗੂ ਜ਼ਿੰਦਗੀ ਜਿਉਂਦੇ ਹਨ। ਕੱਪੜ ਭੋਗ ਲਪਟਾਇਆ, ਸੋਇਨਾ ਰੂਪਾ ਖਾਕ, ਹੈਵਰ ਗੈਵਰ ਬਹੁ ਰੰਗੇ, ਕੀਏ ਰਥ ਅਥਾਕ, ਕਿਸਹੀ ਚਿਤ ਨਾ ਪਾਵਹੀ, ਬਿਸਰਿਆ ਸਭ ਸਾਕ, ਸਿਰਜਨਹਾਰ ਭੁਲਾਇਆ, ਵਿਣ ਨਾਵੇ ਨਾ ਪਾਕ। ਬੰਦਾ ਕਰ ਕੀ ਰਿਹਾ ਹੁਣ? ਮਨ ਹੀ ਕਰਵਾ ਰਿਹਾ। ਕੱਪੜ ਭੋਗ ਲਪਟਾਇਆ, ਕੱਪੜਿਆਂ ਦੇ ਵਿੱਚ ਸੁੱਖ ਮਾਨਣ ਦੇ ਵਿੱਚ ਲਪਟਿਆ ਪਿਆ। ਸੋਇਨਾ ਰੂਪਾ ਖਾਕ, ਕਦੇ ਸੋਨੇ ਵਿੱਚ ਕਦੇ ਚਾਂਦੀ ਵਿੱਚ। ਸੋਨਾ ਖਰੀਦ ਰਿਹਾ, ਬੜੀ ਖੁਸ਼ੀ, ਹੁਣ ਖਰੀਦਿਆ ਤੇ ਖੁਸ਼ੀ ਬਸ ਹੋ ਗਈ ਹੈ ਨਾ, ਕਿਤੇ 1000 ਰੁਪਇਆ ਰੇਟ ਘਟ ਜਾਏ ਕੀ ਬਣਦਾ? 1000 ਰੁਪਇਆ ਤੇ ਫਿਰ ਜ਼ਿਆਦਾ ਹੈ। ਜਿਸ ਦਿਨ ਖਰੀਦਿਆ, ਖਰੀਦਣ ਤੋਂ ਬਾਅਦ ਵਿੱਚ ਕਿਤੇ 10-20 ਰੁਪਏ ਵੀ ਘਟ ਜਾਏ ਨਾ ਤੇ ਉਹੀ ਸੋਨਾ ਦੁੱਖਾਂ ਦਾ ਕਾਰਨ ਬਣਨ ਨੂੰ ਤਿਆਰ ਰਹੇ। ਇਨਸਾਨ ਕਿੱਥੇ ਵਿਚਰ ਰਿਹਾ? ਸਾਹਿਬ ਕਹਿੰਦੇ ਕੱਪੜ ਭੋਗ ਲਪਟਾਇਆ, ਸੋਇਨਾ ਰੂਪਾ ਖਾਕ, ਜਿਨ੍ਹਾਂ ਵਿੱਚ ਲਪਟਾਇਆ ਹੋਇਆ ਇਹ ਖਾਕ ਨੇ।
ਜਿਹਨੂੰ ਸਤਿਗੁਰੂ ਜੀ ਜ਼ਿਕਰ ਕਰਦੇ ਆਖਦੇ ਨੇ, ਕੂੜ ਸੋਇ ਨਾ ਕੂੜ ਰੂਪਾ, ਕੂੜ ਪਹਿਨਣ ਹਾਰ, ਕੂੜ ਮੀਆਂ ਕੂੜ ਬੀਬੀ ਖਪ ਹੋਏ, ਖਾਰ ਕੂੜ ਕੂੜੈ ਨੇਹ ਲੱਗਾ ਵਿਸਰਿਆ, ਕਰਤਾਰ ਕਿਸ ਨਾਲ ਕੀਚੈ, ਦੋਸਤੀ ਸਭ ਜਗ ਚੱਲਣ ਹਾਰ। ਪਾਵਨ ਬਚਨ ਦੀ ਆਰੰਭਤਾ ਕਰਦੇ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਹੁਣ ਇਹ ਸਾਰਾ ਕੁਝ ਇਨਸਾਨ ਦੁਆਰਾ ਭੋਗਿਆ ਜਾ ਰਿਹਾ ਹੈ। ਕੀ ਇਨਸਾਨ ਰਾਜ ਨਹੀਂ ਭੋਗ ਰਿਹਾ? ਕੀ ਇਨਸਾਨ ਦੁਆਰਾ ਸੋਇਨਾ ਰੂਪਾ ਇਹਨਾਂ ਚੀਜ਼ਾਂ ਦੀ ਵਰਤੋਂ ਨਹੀਂ ਹੋ ਰਹੀ? ਹਰ ਚੀਜ਼ ਨੂੰ ਇਨਸਾਨ ਮਾਣ ਰਿਹਾ। ਸਤਿਗੁਰੂ ਕਹਿੰਦੇ ਇੱਥੋਂ ਤੱਕ ਕਿ ਕੱਪੜੇ ਤੱਕ ਵੀ ਇਹ ਮਾਣ ਕੇ ਤੇ ਫਿਰ ਪਾਉਂਦਾ ਹੈ। ਕੋਈ ਇਨਸਾਨ ਪਹਿਰਾਵਾ ਪਾਉਣ ਲੱਗਿਆਂ ਕੀ ਵੇਖਦਾ ਹੈ? ਸਭ ਤੋਂ ਪਹਿਲਾਂ ਆਪਣੀ ਪਸੰਦ, ਫਿਰ ਆਪਣੀ ਪਸੰਦ ਤੋਂ ਬਾਅਦ ਚ ਉੱਥੇ ਤੱਕ ਸੀਮਤ ਨਹੀਂ, ਉਦੋਂ ਬਾਅਦ ਚ ਦੁਨੀਆ ਦੀ ਪਸੰਦ ਵੇਖਦਾ ਹੈ ਕਿ ਦੁਨੀਆ ਕੀ ਚਾਹੁੰਦੀ ਹੈ ਵੇਖਣਾ। ਗੱਲੀ ਆਪਣੀ ਪਸੰਦ ਤੱਕ ਸੀਮਤ ਨਹੀਂ, ਫਿਰ ਉਸ ਪਸੰਦ ਦੇ ਨਾਲ ਨਾਲ ਇਨਸਾਨ ਸਮਾਜ ਵਿਚਲੇ ਫੈਸ਼ਨ ਨੂੰ ਆਧਾਰ ਬਣਾਉਂਦਾ ਹੈ ਕਿ ਸਮਾਜ ਕੀ ਵੇਖਣਾ ਚਾਹੁੰਦਾ ਹੈ। ਕਿਉਂ? ਕੱਪੜਾ ਤੇ ਕੱਪੜਾ ਹੀ ਹੈ, ਪਾ ਲਓ। ਪਹਿਲੋਂ ਆਪਣੀ ਪਸੰਦ ਵੇਖੀ, ਫਿਰ ਉਹ ਪਸੰਦ ਤੱਕ ਸੀਮਤ ਨਹੀਂ, ਉਦੋਂ ਬਾਅਦ ਚ ਸਮਾਜ ਕੀ ਵੇਖਣਾ ਚਾਹੁੰਦਾ ਹੈ, ਫਿਰ ਮੈਂ ਇਹ ਪਹਿਲੋਂ ਪੁੱਛ ਕੇ ਵੇਖ ਕੇ ਫਿਰ ਵਸਤਰ ਖਰੀਦੇ, ਫਿਰ ਸਰੀਰ ਤੇ ਪਾਏ। ਢਕਿਆ ਨੰਗੇਜ ਹੀ ਹੈ, ਪਰ ਵਿੱਚੋਂ ਮਨ ਨੇ ਬਹੁਤ ਕੁਝ ਮੰਨ ਲਿਆ। ਵਿੱਚੋਂ ਮਨ ਨੇ ਬੜਾ ਕੁਝ ਮੰਨ ਲਿਆ। ਸਾਹਿਬ ਨੇ ਇਹੀ ਆਖਿਆ, ਕਹਿੰਦੇ ਕੱਪੜ ਭੋਗ ਲਪਟਾਇਆ, ਲਪਟਿਆ ਪਿਆ। ਮਨ ਹੀ ਲਪਟਿਆ ਹੋਇਆ ਹੈ, ਸਰੀਰ ਥੋੜੀ ਲਪਟਿਆ। ਔਰ ਕੇਵਲ ਇਹ ਨਹੀਂ ਕਿ ਕੱਪੜਿਆਂ ਦੇ ਵਿੱਚ ਮਨ ਲਪਟਿਆ ਰਿਹਾ, ਜਾਂ ਹੋਰ ਕਈ ਤਰ੍ਹਾਂ ਦੇ ਭੋਗ ਵੀ ਮਨ ਕਰੀ ਜਾਂਦਾ। ਕਿੰਨਾ ਕੁਝ ਕਰਦਾ ਸਾਰੇ ਦਿਨ ਵਿੱਚ ਇੱਕ ਮਨੁੱਖ ਦਾ, ਇਨਸਾਨ ਦਾ ਮਨ। ਉਹ ਤੋਂ ਬਾਅਦ ਸਾਹਿਬ ਨਾਲ ਕਹਿੰਦੇ ਫਿਰ ਇਹ ਵੀ ਨਹੀਂ ਕਿ ਇਨਸਾਨ ਨੂੰ ਸਬਰ ਤੇ ਸਕੂਨ ਆ ਜਾਏ। ਉਦੋਂ ਬਾਅਦ ਸੋਇਨਾ ਤੇ ਰੂਪਾ ਪਿੱਛੇ ਬਹੁਤ ਦੌੜਿਆ, ਪਰ ਸਾਹਿਬ ਨੇ ਨਾਲ ਆ ਕੇ ਕਹਿਤਾ, ਕਹਿੰਦੇ ਖਾਕ, ਸਾਰਾ ਕੁਝ ਹੀ ਮਿੱਟੀ ਹੈ। ਫਿਰ ਇਦੋਂ ਅੱਗੇ ਜਿਹੜਾ ਮਨ ਤੁਰਦਾ, ਕਹਿੰਦੇ ਹੈਵਰ ਗੈਵਰ ਬਾਹੋ ਰੰਗੇ ਕੀਏ ਰਥ ਅਥਾਕ। ਉਹਨਾਂ ਵੇਲਿਆਂ ਦੇ ਵਿੱਚ ਹੈਵਰ ਤੇ ਗੈਵਰ ਸੀ, ਰਥ ਸਨ। ਹੈਵਰ ਤੇ ਗੈਵਰ ਚੁਣਨ ਲੱਗਿਆਂ, ਖਰੀਦਣ ਲੱਗਿਆਂ ਇਹ ਖਿਆਲ ਰੱਖਿਆ ਜਾਂਦਾ ਸੀ, ਪੁੱਛਿਆ ਜਾਂਦਾ ਸੀ ਕਿ ਨਸਲ ਕਿਹੜੀ ਹੈ, ਔਰ ਪੈਂਡਾ ਕਿੰਨਾ ਕੁ ਤੈਅ ਕਰ ਸਕਦੀ ਹੈ, ਰੱਥ ਕਿੰਨਾ ਚਿਰ ਲੈ ਕੇ ਤੁਰ ਸਕਦੇ ਨੇ, ਇਹ ਸਾਰਾ ਕੁਝ ਪਤਾ ਕੀਤਾ ਜਾਂਦਾ ਸੀ। ਔਰ ਅੱਜ ਹੈ ਉਹੀ ਕੁਛ, ਬਸ ਤਬਦੀਲ ਆ ਗਈ। ਤਬਦੀਲੀ ਇਹ ਆਈ, ਅੱਜ ਮੋਟਰ ਵਹੀਕਲ ਹੈ। ਪਹਿਲੋਂ ਅਸੀਂ ਉਹਦੀ ਨਸਲ ਵੇਖਦੇ ਹਾਂ, ਮਤਲਬ ਉਹਦਾ ਬ੍ਰਾਂਡ ਦੇਖਦੇ ਹਾਂ, ਕੰਪਨੀ ਦੇਖਦੇ ਹਾਂ, ਫਿਰ ਫੀਚਰਸ ਵਾਲੇ ਪਾਸੇ ਤੁਰ ਜਾਈਦਾ। ਕਿੰਨਾ ਸਫ਼ਰ ਤੈਅ ਕਰ ਸਕਦੀ ਹੈ, ਕਿੰਨੇ ਚਿਰ ਦੇ ਵਿੱਚ ਕਿੰਨਾ ਸਫ਼ਰ ਤੈਅ ਕਰੇਗੀ, ਔਰ ਲਗਾਤਾਰ ਕਿੰਨਾ ਪੈਂਡਾ ਅਸੀਂ ਚਲਾ ਸਕਦੇ ਹਾਂ, ਕਿਤੇ ਗਰਮ ਤਾਂ ਨਹੀਂ ਹੁੰਦੀ, ਕਿਤੇ ਹੀਟ ਤਾਂ ਨਹੀਂ ਮਾਰੇਗੀ। ਉਹ ਸਾਰਾ ਕੁਝ ਅਸੀਂ ਨੋਟ ਕੀਤਾ। ਕੀ ਇਹ ਰੱਥ ਅਥਾਕ, ਉਹ ਰੱਥ ਕੀਤੇ ਜਿਹੜੇ ਥੱਕਣ ਨਾ। ਉਹ ਗੱਡੀਆਂ ਲੈ ਕੇ ਆਏ ਵੀ ਜਿਹੜੀਆਂ ਭਾਵੇਂ 2-2 4-4 ਦਿਨ ਲਗਾਤਾਰ ਚਲਾਈ ਚੱਲੋ, ਪਰਵਾਹ ਹੀ ਕੋਈ ਨਾ ਹੋਵੇ। ਖੜੇ ਤੇ ਉੱਥੇ ਕੀ ਆ ਨਾ, ਸਿਰਫ
ਵਸਤੂਆਂ ਵਿੱਚ ਤਬਦੀਲੀ ਆ ਗਈ, ਮਾਨਸਿਕਤਾ ਸਾਡੀ ਅੱਜ ਵੀ ਉੱਥੇ ਹੀ ਖੜੀ ਹੈ। ਸਿਰਫ ਤਬਦੀਲੀ ਕਾਹਦੇ ਵਿੱਚ ਆਈ ਹੈ? ਪਦਾਰਥਾਂ ਵਿੱਚ। ਘੋੜਿਆਂ ਦੀ ਥਾਂ ਤੇ ਗੱਡੀਆਂ ਆ ਗਈਆਂ। ਮਾਨਸਿਕਤਾ, ਪਹਿਲੋਂ ਘੋੜੇ ਵੀ ਅਸੀਂ ਨਾ ਥੱਕਣ ਵਾਲੇ ਹੀ ਲੱਭਦੇ ਸਾਂ, ਅੱਜ ਗੱਡੀਆਂ ਵੀ ਉਹੀ ਨਾ ਥੱਕਣ ਵਾਲੀਆਂ ਹੀ ਲੱਭ ਰਹੇ ਆ। ਮਾਨਸਿਕਤਾ ਉੱਥੇ ਕੀ ਖੜੀ ਹੈ। ਕਹਿੰਦੇ ਕੀਤੇ ਵੀ ਬੜੇ ਤਰ੍ਹਾਂ ਦੇ, ਬੜੀਆਂ। ਇੱਕ ਗੱਡੀ ਨਾਲ ਸਬਰ ਥੋੜੀ ਹੋਇਆ। ਫਿਰ ਜਿੰਨੇ ਘਰ 'ਚ ਜੀ ਉਨੀਆਂ ਗੱਡੀਆਂ, ਇੱਕ ਨਾਲ ਕਿੱਥੇ ਸਬਰ। ਫਿਰ ਇੱਕ, ਚਲੋ ਪਰਿਵਾਰ 'ਚ ਜਿੰਨੇ ਮੈਂਬਰ ਉਹਨੇ ਅਸੀਂ ਹੈਵਰ ਗੈਵਰ ਲੈ ਵੀ ਲਏ, ਉਹ ਤੋਂ ਬਾਅਦ 'ਚ ਇਹ ਵੀ ਨਹੀਂ ਫਿਰ ਸਬਰ ਕਰ ਜਾਈਏ। ਫਿਰ ਉਦੋਂ ਬਾਅਦ 'ਚ ਉਦੋਂ ਅਗਾਂਹ ਦੀਆਂ ਸੋਚਣ ਲੱਗ ਜਾਈਦੀਆਂ ਵੀ ਹੁਣ ਬਦਲ ਲਈਏ। ਬਹੁਤ ਕੁਛ ਕਰਦਾ ਫਿਰਦਾ। ਸਤਿਗੁਰੂ ਕਹਿੰਦੇ ਹੈਵਰ ਗੈਵਰ ਬਹੁ ਰੰਗੇ, ਬੜੇ ਰੰਗਾਂ ਦੇ, ਬੜੀ ਤਰ੍ਹਾਂ ਦੇ ਇਹਨੇ ਲਏ। ਕੀ ਇਹ ਰਥ ਅਥਾਕ ਔਰ ਨਾ ਥੱਕਣ ਵਾਲੇ ਰਥ ਵੀ ਲੈਂਦਾ ਰਿਹਾ, ਪਰ ਕਿਸ ਹੀ ਚਿੱਤ ਨਾ ਪਾਵਹੀ, ਵਿਸਰਿਆ ਸਭ ਸਾਕ। ਕਹਿੰਦੇ ਇੰਨਾ ਕੁ ਜ਼ਿਆਦਾ ਆਫਰ ਗਿਆ, ਇਹਨੂੰ ਹੁਣ ਕੋਈ ਚੇਤਾ ਹੀ ਨਹੀਂ ਆਉਂਦਾ। ਇੰਨਾ ਕੁ ਆਫਰ ਗਿਆ, ਮਨ ਇੰਨਾ ਕੁ ਮਸਤ ਹੋ ਗਿਆ ਇਹਨਾਂ ਵਿੱਚ, ਮਨ ਆਪਣੇ ਆਪ ਨੂੰ ਇੰਨਾ ਕੁ ਵੱਡਾ ਸਮਝਣ ਲੱਗ ਗਿਆ। ਕਹਿੰਦੇ ਰੱਬ ਨੂੰ ਚੇਤੇ ਕਰਨਾ ਤੇ ਬੜੀ ਦੂਰ ਦੀ ਗੱਲ ਹੈ, ਇਹਨੂੰ ਰਿਸ਼ਤੇਦਾਰ ਵੀ ਭੁੱਲ ਗਏ। ਚੰਦ ਕੁ ਰੁਪਈਏ ਆ ਤੇ ਜਾਣ, ਜਿਹਦੇ ਕੋਲ ਆ ਜਾਂਦੇ ਦੂਜੇ ਨੂੰ ਸਮਝਦੇ ਹੀ ਕੁਛ ਨਹੀਂ। ਉਹ ਸਾਕ ਸੰਬੰਧ ਜੇ ਆਪਾਂ ਵੇਖਾਂਗੇ ਤੇ ਜਿਹਦੇ ਕੋਲ ਚੰਦ ਕੁ ਰੁਪਈਏ ਆ ਜਾਣ, ਕਿਹੜਾ ਸਾਕ ਕਿਹੜਾ ਸੰਬੰਧ ਆਉਂਦਾ ਨਜ਼ਰ ਫਿਰ ਕੋਈ। ਫਿਰ ਤੇ ਹਰ ਬੰਦੇ ਨਾਲ ਵਿਚਾਰ ਕਰਦਾ ਮਖੌਲ ਰੂਪ 'ਚ ਹੀ ਵਿਚਾਰ ਕਰਦਾ ਹੈ, ਮਖੌਲ ਰੂਪ ਵਿੱਚ ਹੀ ਆਖਦਾ। ਕਿੱਥੇ ਰਿਸ਼ਤੇਦਾਰ ਸਾਕ ਸੰਬੰਧੀ ਚੇਤੇ ਆਉਂਦੇ? ਫਿਰ ਸਾਰੇ ਨੀਵੇਂ ਕੀੜੇ ਮਕੌੜੇ ਹੀ ਨਜ਼ਰ ਆਉਂਦੇ। ਗੁਰੂ ਸਾਹਿਬ ਕਹਿੰਦੇ ਹੁਣ ਸੱਜਣਾ ਖਿਆਲ ਰੱਖ, ਸਿਰਜਣਹਾਰ ਭੁਲਾਇਆ, ਸਿਰਜਣਹਾਰ ਨੂੰ ਭੁਲਾਤਾ, ਤੇ ਸਿਰਜਣਹਾਰ ਨੂੰ ਭੁਲਾ ਕੇ ਨਾ ਖਿਆਲ ਰੱਖੀ, ਵਿਣ ਨਾਮੈ ਨਾਪਾਕ। ਜੋ ਕੁਛ ਤੂੰ ਲਈ ਫਿਰਦਾ ਸਭ ਕੁਝ ਨਾਪਾਕ ਹੀ ਹੈ, ਜੇ ਤੇਰੇ ਕੋਲ ਸਿਰਜਣਹਾਰ ਦਾ ਚਿੰਤਨ ਨਹੀਂ, ਸਿਰਜਣਹਾਰ ਦੀ ਯਾਦ ਨਹੀਂ, ਤੇਰਾ ਸੋਇਨਾ ਰੂਪਾ ਨਾਪਾਕ। ਸਿਰਜਣਹਾਰ ਦੀ ਯਾਦ ਨਹੀਂ, ਹੈਵਰ ਗੈਵਰ ਸਾਰਾ ਕੁਝ, ਗੱਡੀਆਂ ਸਾਰਾ ਕੁਝ ਕੀ ਨਾਪਾਕ। ਤੈਨੂੰ ਸਿਰਜਣਹਾਰ ਚੇਤੇ ਨਹੀਂ ਨਾ ਆਇਆ, ਤੇ ਚੇਤਾ ਰੱਖੀ ਤੇਰੀ ਅਮੀਰੀ, ਤੇਰਾ ਅਮੀਰ ਪੁਣਾ, ਇਹ ਸਭ ਕੁਝ ਨਾਪਾਕ ਹੈ। ਸੱਜਣਾ ਜੇ ਅਮੀਰ ਜ਼ਿਆਦਾ ਬਣਨ ਤੋਂ ਬਾਅਦ ਚ ਕਿਤੇ ਤੈਨੂੰ ਕੋਈ ਗਰੀਬ ਗੁਰਬਾ ਨਜ਼ਰ ਨਾ ਆਵੇ, ਤੇ ਖਿਆਲ ਰੱਖੀ ਤੇਰਾ ਸਭ ਕੁਝ ਨਾਪਾਕ ਹੈ, ਉਹ ਕਦੇ ਵੀ ਪਵਿੱਤਰ ਨਹੀਂ ਹੋ ਸਕਦਾ। ਲੈਂਦਾ ਬਦ ਦੁਆਏ ਤੂੰ, ਮਾਇਆ ਕਰਹਿ ਇਕਤ। ਜਿਸਨੂੰ ਤੂੰ ਪਤੀ ਆਏਂਦਾ, ਸੋ ਸਣ ਤੁਝੈ ਅਨਿਤ। ਅਹੰਕਾਰ ਕਰਹਿ ਅਹੰਕਾਰੀਆ, ਵਿਆਪਿਆ ਮਨ ਕੀ ਮਤ। ਤਿਨ ਪ੍ਰਭ ਆਪ ਭੁਲਾਇਆ, ਨਾ ਤਿਸ ਜਾਤ ਨਾ ਪਤ। ਔਰ ਇਹ ਸੱਚਮੁੱਚ ਇੱਕ ਬੜਾ ਵੱਡਾ ਕੌੜਾ ਸੱਚ ਹੈ। ਬੰਦਾ ਮਾਇਆ ਜੋੜਦਾ ਹੈ, ਹਰ ਕੋਈ ਜੋੜਦਾ ਹੈ, ਕੋਈ ਨਹੀਂ ਕਹਿ ਸਕਦਾ ਵੀ ਮੈਂ ਨਹੀਂ ਜੋੜਦਾ। ਭਾਵੇਂ ਕੋਈ ਰੁਪਈਆ ਜੋੜੇ ਤੇ ਭਾਵੇਂ ਕੋਈ 100 ਜੋੜੇ, ਪਰ ਜੋੜਦਾ ਜ਼ਰੂਰ ਹੈ। ਬੜੇ ਭਾਗਾਂ ਵਾਲੇ ਨੇ ਉਹ ਘਰ ਜਿਨ੍ਹਾਂ ਦੇ ਕੋਲ 10 ਨਹੁੰਆਂ ਦੀ ਕਿਰਤ ਹੈ। ਮੁਬਾਰਕ ਬਾਤ ਹੈ। ਪਰ ਬਹੁਤਾਤ ਜਿਹੜਾ ਸਮਾਜ ਦਾ ਇੱਕ ਕੌੜਾ ਸੱਚ ਹੈ, ਉਹ ਇਹ ਹੈ ਕਿ ਬੰਦਾ ਮਾਇਆ ਇਕੱਤਰ ਤੇ ਕਰਦਾ ਹੈ, ਪਰ ਅਸੀਸਾਂ ਵਾਲੀ ਨਹੀਂ, ਬਦ ਅਸੀਸਾਂ ਵਾਲੀ ਕਰਦਾ ਹੈ।
ਇਸ ਲਈ ਮੈਂ ਜ਼ਿਕਰ ਕੀਤਾ ਵੀ ਬਹੁਤ ਭਾਗਾਂ ਵਾਲੇ ਨੇ ਉਹ ਘਰ ਜਿਨ੍ਹਾਂ ਕੋਲ ਧਨ ਹੈ ਪਰ ਅਸੀਸਾਂ ਵਾਲਾ ਹੈ, ਦਸਾਂ ਨੌਵਾਂ ਦੀ ਕਿਰਤ ਵਾਲਾ। ਨਹੀਂ ਤੇ ਬਹੁਤਾਤ ਉਹ ਨੇ ਜਿਨ੍ਹਾਂ ਦੇ ਧਨ ਪਿੱਛੇ ਅਸੀਸ ਤੇ ਸ਼ਾਇਦ ਇੱਕ ਵੀ ਨਾ ਲੱਭੇ, ਬਦ ਅਸੀਸਾਂ ਹੀ ਨਜ਼ਰ ਆ ਰਹੀਆਂ, ਹੋਰ ਕੁਛ ਨਹੀਂ। ਸਾਹਿਬ ਜੀ ਨੇ ਆਖਿਆ, ਕਹਿੰਦੇ ਲੈਂਦਾ ਬਦ ਦੁਆਏ ਤੂੰ। ਬੜੀਆਂ ਬਦ ਕਿੰਨੀਆਂ ਲੈਂਦਾ ਹੋਏਗਾ ਦਿਹਾੜੀ 'ਚ ਰੋਜ਼ ਦੀਆਂ। ਮਾਇਆ ਕਰੇ ਇਕੱਤ, ਇਕੱਠੀ ਕਰੀ ਜਾਣਾ, ਲਈ ਬਦ ਦੁਆਵਾਂ ਜਾਣਾ। ਤੇਰੀ ਮਾਇਆ ਜੋੜੀ ਦਾ ਕੀ ਲਾਭ? ਮਿਲੀਆਂ ਤੇ ਦੁਆਵਾਂ ਦੀ ਥਾਂ ਬਦ ਹੀ ਨੇ ਨਾ, ਅਸੀਸਾਂ ਦੀ ਥਾਂ ਬਦ ਅਸੀਸਾਂ। ਜਿਵੇਂ ਮੰਨ ਲਓ ਇੱਕ ਬੰਦਾ ਦਿਹਾੜੀ ਤੇ ਲੈ ਆਂਦਾ, ਕਿੰਨੀ ਕੁ ਦਿਹਾੜੀ ਲੈ ਜਾਏਗਾ? 400 ਨਹੀਂ 500 ਲੈ ਜਾਏਗਾ, 500 ਨਹੀਂ 600 ਲੈ ਜਾਏਗਾ, 600 ਮੰਨ ਲਓ 1000 ਰੁਪਏ ਦਿਹਾੜੀ ਤੇ ਲੈ ਆਂਦਾ। ਹੁਣ ਜਿਹੜਾ ਬੰਦਾ 1000 ਰੁਪਇਆ ਦਿਹਾੜੀ ਤੇ ਲੈ ਕੇ ਆ ਰਿਹਾ ਹੈ, ਸੁਭਾਵਿਕ ਜਿਹੀ ਗੱਲ ਹੈ ਵੀ ਉਹਦਾ ਕੰਮ 1000 ਤੋਂ ਜ਼ਿਆਦਾ ਦਾ ਹੈ। ਸੁਭਾਵਿਕ ਜਿਹੀ ਗੱਲ ਹੈ। ਜੇ ਆਪਾਂ ਕਿਸੇ ਨੂੰ ਕੰਮ ਕਰਨ ਵਾਸਤੇ ਲੈ ਕੇ ਆ ਰਹੇ ਹਾਂ, ਕਿਸੇ ਨੂੰ ਆਪਾਂ 500 ਰੁਪਇਆ ਦਿਹਾੜੀ ਦੇਣੀ ਹੈ ਜਾਂ 1000 ਰੁਪਇਆ ਦਿਹਾੜੀ ਦੇਣੀ ਹੈ, ਸੁਭਾਵਿਕ ਜਿਹੀ ਗੱਲ ਹੈ ਉਹਦੇ ਚੋਂ 1000 ਤੇ ਕਮਾਉਣਾ ਨਹੀਂ, ਅਸੀਂ ਵੱਧ ਹੀ ਕਮਾਵਾਂਗੇ ਤਾਂ ਹੀ 1000 ਦੇਵਾਂਗੇ ਨਾ। ਹੁਣ ਉਹਨੂੰ ਲੈ ਆਂਦਾ, ਉਹ ਸਾਰਾ ਦਿਨ ਉਹਨੇ ਕੰਮ ਕੀਤਾ, ਸਾਰਾ ਦਿਨ ਕਾਰ ਕੀਤੀ, ਤੇ ਸ਼ਾਮਾਂ ਨੂੰ ਅਸੀਂ ਕਹੀਏ ਵੀ ਜਾ ਦੌੜ ਜਾ, ਕੀ ਅਸੀਸ ਦੇ ਕੇ ਜਾਏਗਾ? ਕਿੰਨੀਆਂ ਕ ਦੇ ਜਾਏਗਾ ਅਸੀਸਾਂ? ਵੀ ਸ਼ਾਮ ਨੂੰ ਉਹ ਵਿਚਾਰਾ ਸਾਰਾ ਦਿਨ ਹੱਡ ਭੰਨ ਕੇ ਲੱਗਾ ਰਿਹਾ, ਜਿਵੇਂ ਕਿਹਾ ਉਵੇਂ ਹੀ ਕਰਦਾ ਰਿਹਾ। ਸ਼ਾਮਾਂ ਪਈਆਂ, ਉਹਨੇ ਘਰ ਜਾਣ ਦੀ ਵਾਰੀ ਆਈ, ਟਾਈਮ ਉਹਦਾ ਮੁੱਕਿਆ। ਜਦੋਂ ਉਹਦੇ ਟਾਈਮ ਦੀ ਦਿਹਾੜੀ ਦੀ ਜਦੋਂ ਖਤਮ ਹੋਈ ਦਿਹਾੜੀ, ਉਹ ਕਹਿੰਦਾ ਵੀ ਲਿਆਓ ਦੋ ਦਿਹਾੜੀ, ਤੇ ਅਸੀਂ ਅੱਗੋਂ ਸੋਟੀ ਚੁੱਕ ਕੇ ਉਹਦੇ ਮਗਰ ਪੈ ਜਾਈਏ ਕਿ ਜਦ ਉੱਡ ਜਾ ਇੱਥੋਂ, ਕੁਛ ਨਹੀਂ ਮਿਲਣਾ। ਤੇ ਕੀ ਦੇ ਕੇ ਜਾਏਗਾ? ਮੈਂ ਤੇ ਖੁਸ਼ ਹੋਵਾਂਗਾ ਨਾ, ਮੈਨੂੰ ਮੈਂ 1000 ਰੁਪਇਆ ਰੱਖ ਲਿਆ, ਲੈ ਉਹ ਤੇ ਜਾਂਦਾ ਜਾਵੇ, ਕੱਲ ਨੂੰ ਮੈਂ ਕੋਈ ਹੋਰ ਲੈ ਆਵਾਂਗਾ। ਇਹੀ ਸੋਚ ਲਾਂਗੇ ਨਾ, ਇਸ ਤੋਂ ਵੱਧ ਕੇ ਕੀ ਸੋਚ ਲਾਂਗੇ? 1000 ਰੁਪਇਆ ਰੱਖ ਲਿਆ, ਮੈਂ ਆਖਾਂ ਵੀ ਅੱਜ 1000 ਬਚ ਗਿਆ, ਜੋੜ ਲਿਆ 1000 ਰੁਪਇਆ, ਬਦ ਦੁਆਏ ਤੂੰ। ਲਈਆਂ ਤੇ ਬਦ ਦੁਆਵਾਂ ਹੀ ਨੇ ਨਾ, ਏਦਾਂ ਹੀ ਜੋੜ ਰਿਹਾ ਬੰਦਾ, ਹੋਰ ਕਿਵੇਂ ਜੋੜ ਰਿਹਾ? ਕਿਸੇ ਦਾ 1000 ਰੱਖ ਲਿਆ, ਕਿਸੇ ਦੇ 500 ਨੂੰ ਰੱਖ ਲਿਆ, ਕਿਸੇ ਦਾ 2000 ਰੱਖ ਲਿਆ। ਕੀ ਇਨਸਾਨ ਬਦ ਦੁਆਵਾਂ ਹੀ ਲੈ ਰਿਹਾ? ਅਸੀਸਾਂ ਕਿੱਥੇ ਨੇ? ਤੇ ਜੇ ਉਹੀ ਵੱਧ ਨਹੀਂ, ਮੈਂ ਇਹ ਨਹੀਂ ਕਹਿੰਦਾ ਕਿ ਵੱਧ ਦੇ ਦਿਓ, 1000 ਕਰਕੇ ਆਏ ਹੋ 1000 ਦਓ, 1000 ਤੋਂ ਵੱਧ ਨਹੀਂ ਦੇ ਸਕਦੇ, ਹੋਰ ਕੁਛ ਨਹੀਂ। ਅਗਲਾ ਜਾਂਦਾ ਜਾਂਦਾ ਸ਼ੁਕਰਾਨਾ ਤੇ ਕਰਕੇ ਜਾਏਗਾ ਨਾ ਕਿ ਤੁਹਾਡਾ ਭਲਾ ਹੋਵੇ ਜੀ, ਅੱਜ ਤੁਸੀਂ ਮੈਨੂੰ ਧਨ ਦਿੱਤਾ। ਤੇ ਖਿਆਲ ਰੱਖਿਓ, ਜਦੋਂ 1000 ਦੇਵਾਂਗੇ ਨਾ, ਮਨ ਨੂੰ ਇੱਕ ਵੱਖਰਾ ਜਿਹਾ ਸਕੂਨ, ਤੇ ਜਦੋਂ ਉਹ ਅਸੀਸਾਂ ਦਏਗਾ ਨਾ, ਤੇ ਉਦੋਂ ਜਿਹੜੀ ਪ੍ਰਸੰਨਤਾ ਮਿਲੇਗੀ ਨਾ, ਉਹ ਬਾਤ ਹੀ ਅਲੱਗ ਹੈ। ਔਰ ਫਿਰ ਜਾਂਦਾ ਜਾਂਦਾ ਹੋ ਸਕਦਾ ਉਹ ਇਹ ਵੀ ਕਹਿ ਜਾਏ ਜੀ ਕੱਲ ਨੂੰ ਦੁਬਾਰਾ ਮੈਂ ਫਿਰ ਆਵਾਂਗਾ, ਆਪ ਜੀ ਜਿਵੇਂ ਕਹੋਗੇ ਉਵੇਂ ਹੀ ਕਾਰਜ ਕਰ ਲਾਂਗਾ, ਇਨਕਾਰੀ ਨਹੀਂ ਮੈਂ ਹੁੰਦਾ। ਲੈ ਕੇ ਤੇ ਉਹਨੇ ਫਿਰ 1000 ਹੀ ਜਾਣਾ ਹੈ। ਪਰ ਇਨਸਾਨੀ ਫਿਤਰਤ ਜਿਹੜੀ ਹੈ, ਸਾਹਿਬ ਕਹਿੰਦੇ ਨਹੀਂ, ਇਹਨੂੰ ਜੋੜਨ ਵਿੱਚ ਲਾਲਸਾ ਜ਼ਿਆਦੀ ਹੈ। ਕੋਈ ਗੱਲ ਨਹੀਂ, ਫਿਰ ਕੀ ਬਦਦੁਆਵਾਂ ਮਿਲਦੀਆਂ ਤੇ ਇਨਸਾਨ ਲਈ ਜਾਂਦਾ। ਸੋਚ ਇਹੀ ਹੈ ਨਾ, ਕੋਈ ਗੱਲ ਨਹੀਂ, ਕਹਿ ਜੇਗਾ ਮਾੜਾ ਕਹਿ ਜੇ। ਕਈ ਵਾਰ ਤੇ ਏਦਾਂ ਦੇ ਹਾਲਾਤ ਵੀ ਬਣ ਜਾਂਦੇ, ਇਹਦੀਆਂ ਬਦਦੁਆਵਾਂ ਨਾਲ ਮੇਰਾ ਕੀ ਜਾਣਾ ਹੈ। ਕਦੇ ਨਾ ਇਹ ਮਨ ਵਿੱਚ ਵਿਚਾਰ ਆਵੇ ਵੀ ਉਹਦੀਆਂ ਬਦਦੁਆਵਾਂ ਮੇਰਾ ਕੀ ਲੈ ਜਾਣਗੀਆਂ, ਕਦੇ ਵੀ ਨਾ। ਨਹੀਂ ਪਤਾ ਕਿਸ ਵੇਲੇ ਕਿਸ ਦੇ ਹਿਰਦੇ ਵਿੱਚੋਂ ਨਿਕਲੀ ਹੋਈ ਕੂਕ ਸਾਡਾ ਸਭ ਕੁਝ ਬਰਬਾਦ ਕਰਕੇ ਰੱਖਦਾ ਹੈ। ਵੱਡੇ ਤੋਂ ਵੱਡੇ ਸਾਮਰਾਜ ਵੀ
ਨਾਸ਼ ਹੋ ਜਾਂਦੇ ਨੇ ਸਿਰਫ ਇੱਕ ਬਦਦੁਆ ਕਰਕੇ। ਵੱਡੇ ਤੋਂ ਵੱਡਾ ਸਾਮਰਾਜ ਤਹਿਸ ਨਹਿਸ ਹੋ ਜਾਂਦਾ ਹੈ, ਵੱਡੇ ਤੋਂ ਵੱਡਾ ਰਾਜਾ ਤਖਤਾਂ ਤੋਂ ਰੁਲ ਜਾਂਦਾ ਹੈ ਸਿਰਫ ਇੱਕ ਬਦਦੁਆ ਕਰਕੇ। ਇਸ ਲਈ ਭਲਾ ਇਸੇ ਵਿੱਚ ਹੈ ਕਿ ਬਦਦੁਆਵਾਂ ਜੇ ਅਸੀਸਾਂ ਨਹੀਂ ਨਾ ਲੈ ਸਕਦੇ ਤੇ ਫਿਰ ਇੰਨੀ ਕੁ ਕੋਸ਼ਿਸ਼ ਕਰੀਏ ਵੀ ਕੋਈ ਬਦਦੁਆ ਵੀ ਨਾ ਦਵੇ। ਇੰਨਾ ਕੁ ਯਤਨ ਅਸੀਂ ਆਪਣੀਆਂ ਜ਼ਿੰਦਗੀਆਂ 'ਚ ਜ਼ਰੂਰ ਕਰੀਏ, ਕਿਉਂਕਿ ਅਸੀਸ ਬਹੁਤ ਔਖੀ ਹੈ ਮਿਲਦੀ, ਬਹੁਤ ਮੁਸ਼ਕਲ ਹੈ ਅਸੀਸ ਕਿਸੇ ਕੋਲੋਂ ਲੈਣੀ। ਜੇ ਅਸੀਸ ਨਹੀਂ ਨਾ ਲੈ ਸਕਦੇ ਫਿਰ ਇੰਨਾ ਕੁ ਯਤਨ ਕਰੀਏ ਕਿ ਬਦਦੁਆ ਵੀ ਕਿਸੇ ਦੀ ਸਾਨੂੰ ਨਾ ਮਿਲੇ, ਕੋਈ ਬਦਦੁਆ ਨਾ ਦੇ ਕੇ ਜਾਵੇ। ਇੰਨਾ ਕੁ ਯਤਨ ਅਸੀਂ ਜ਼ਰੂਰ ਕਰੀਏ। ਤੇ ਸਾਹਿਬ ਕਹਿੰਦੇ ਲੈਂਦਾ ਬਦਦੁਆਏ ਤੂੰ ਮਾਇਆ ਕਰੇ ਇਕੱਤ। ਚਾਰ ਟਕੇ ਜੋੜ ਵੀ ਲਏਗਾ ਤੇ ਕੀ ਕਰ ਲੇਗਾ? ਚਾਰ ਟਕੇ ਜੋੜ ਕੇ ਲਈਆਂ ਤੂੰ ਬਦਦੁਆਵਾਂ ਹੀ ਨੇ। ਤੇ ਚੇਤਾ ਰੱਖੀ ਉਹ ਜਿੰਨਾ ਚਾਰਾਂ ਟਕਿਆਂ ਪਿੱਛੇ ਬਦਦੁਆਵਾਂ ਲਈਆਂ ਨੇ ਨਾ, ਆਪਣੇ ਮਨ 'ਚ ਪੱਕਾ ਇਹ ਇਰਾਦਾ ਹੁਣ ਬਣਾ ਲਾ, ਆਪਣੇ ਮਨ ਨੂੰ ਤਿਆਰ ਕਰ ਲਾ। ਉਹ ਚਾਰ ਟਕੇ ਵੀ ਜਾਣੇ ਨੇ ਤੇ ਬਦਦੁਆਵਾਂ ਲੱਗਣੀਆਂ ਵੀ ਨੇ। ਇੰਨਾ ਕੁ ਆਪਣੇ ਆਪ ਨੂੰ ਤਿਆਰ ਰੱਖ, ਬਦਦੁਆਵਾਂ ਲੱਗਣਗੀਆਂ, ਜ਼ਰੂਰ ਲੱਗਣਗੀਆਂ। ਔਰ ਲੇਖਾ ਇੱਥੇ ਨਿਬੇੜ ਕੇ ਜਾਣਾ, ਇਹ ਨਹੀਂ ਵੀ ਅਗਲੇ ਪਾਸੇ ਜਾ ਕੇ ਫਿਰ ਵੇਖਾਂਗੇ, ਨਹੀਂ, ਇੱਥੇ ਨਿਬੇੜ ਕੇ ਜਾਣਾ। ਜਿਹੜੀਆਂ ਬਦਦੁਆਵਾਂ ਖੱਟੀਆਂ ਨੇ ਨਾ, ਉਹਨਾਂ ਦਾ ਨਤੀਜਾ, ਉਹਨਾਂ ਦਾ ਭੋਗ ਭੋਗ ਕੇ ਹੀ ਜਾਣਾ, ਉਦੋਂ ਬਿਨਾ ਜਾ ਵੀ ਨਹੀਂ ਆਉਣਾ। ਕੀ ਪਤਾ ਅਖੀਰ ਵੇਲੇ ਮੰਜੇ ਤੇ ਪਏ ਨੂੰ ਵਿਲਕਣਾ ਹੀ ਨਾ ਪੈ ਜੇ। ਤੇ ਉਦਾਂ ਭਾਵੇਂ ਬੰਦਾ ਕਹਦੇ ਲੈ ਮੇਰਾ ਕੀ ਵਿਗੜ ਜਾਣਾ, ਜੇ ਅਖੀਰ ਕਿਤੇ ਸਰੀਰਕ ਤੌਰ ਉੱਤੇ ਇੰਨਾ ਕੁ ਜ਼ਿਆਦਾ ਰੋਗੀ ਹੋ ਜਾਏ, ਤੈਨੂੰ ਮਹੀਨਾ 2 ਮਹੀਨੇ ਮੰਜੇ ਤੋਂ ਤੇਰੇ ਤੋਂ ਉੱਠਿਆ ਨਾ ਜਾਏ, ਆ ਬਦਦੁਆਵਾਂ ਦਾ ਨਤੀਜਾ ਹੀ ਹੈ, ਹੋਰ ਕੁਝ ਨਹੀਂ। ਫਿਰ ਉਦੋਂ ਮੰਜੇ ਤੇ ਪਏ ਇਨਸਾਨ ਨੂੰ ਆਪਣੀਆਂ ਸਾਰੀਆਂ ਪਿਛਲੀਆਂ ਕੀਤੀਆਂ ਚੇਤਾ ਆਉਂਦੀਆਂ। ਫਿਰ ਜਦੋਂ ਚੇਤੇ ਆਉਂਦੀਆਂ ਨਾ, ਫਿਰ ਜਿਨ੍ਹਾਂ ਨਾਲ ਵਧੀਕੀਆਂ ਕੀਤੀਆਂ ਸੀ ਉਹਨਾਂ ਦੀ ਵੀ ਯਾਦ ਆਉਂਦੀ ਹੈ। ਤੇ ਯਾਦ ਆਉਂਦਾ ਫਿਰ ਮੰਜੇ ਤੇ ਪਿਆ ਤੜਫਦਾ ਤੇ ਵਿਲਕਦਾ, ਮਨ ਹੀ ਮਨ ਮੁਆਫੀਆਂ ਮੰਗਦਾ ਫਿਰਦਾ ਵੀ ਹੁਣ ਬਖਸ਼ ਲਓ, ਬਦਦੁਆਵਾਂ ਤੋਂ ਖਹਿੜਾ ਛੁੱਟ ਜਾਏ। ਪਰ ਸਾਹਿਬ ਕਹਿੰਦੇ ਖਿਆਲ ਰੱਖ, ਐਵੇਂ ਚਾਰਾਂ ਟਕਿਆਂ ਪਿੱਛੇ ਬਦਦੁਆਵਾਂ ਨਾ ਖੱਟਦਾ ਫਿਰ। ਕੋਈ ਗੱਲ ਨਹੀਂ, ਸਾਹਿਬ ਅੱਗੇ ਅਰਜ਼ੋਈ ਕਰਕੇ ਚੱਲ, ਉਸ ਪ੍ਰਭੂ ਅੱਗੇ ਅਰਦਾਸ ਕਰਕੇ ਚੱਲ, ਜੁੜੇਗੀ ਨਹੀਂ, ਗੁਜ਼ਾਰੇ ਜੋਗੀ ਤੇ ਮਿਲਦੀ ਜਾਏਗੀ ਨਾ। ਬਸ ਉਹ ਗੁਜ਼ਾਰੇ ਜੋਗੀ ਦਿੰਦਾ ਰਵੇ। ਸਾਹਿਬ ਜੀ ਫਿਰ ਆਖਦੇ ਜਿਸ ਨੂੰ ਤੂੰ ਪਤੀ ਆਏਂਦਾ, ਜਿਨ੍ਹਾਂ ਨੂੰ ਤੂੰ ਖੁਸ਼ ਕਰਨਾ ਚਾਹੁੰਦਾ, ਸੋ ਸਣ ਤੁਝੇ ਅਨਿਤ, ਉਹ ਤੇਰੇ ਸਮੇਤ ਨਾਸ਼ਵਾਨ ਨੇ। ਇਹ ਨਹੀਂ ਵੀ ਤੂੰ ਜਿਨ੍ਹਾਂ ਨੂੰ ਇਕੱਠੀ ਕਰ ਕਰ ਖੁਸ਼ ਕਰਨਾ ਚਾਹੁੰਦਾ ਉਹ ਸਦੀਵ ਰਹਿਣਗੇ, ਨਹੀਂ, ਉਹ ਵੀ ਤੇਰੇ ਸਮੇਤ ਨਾਸ਼ਵਾਨ ਨੇ। ਅਹੰਕਾਰ ਕਰੇ ਅਹੰਕਾਰੀਆ, ਹੰਕਾਰ ਵਿੱਚ ਤੁਰਿਆ ਫਿਰਦਾ ਹੈ ਅਹੰਕਾਰੀ ਬੰਦਾ। ਵਿਆਪਿਆ ਮਨ ਕੀ ਮਤ, ਮਨ ਦੀ ਮਤ ਵਿੱਚ ਮਸਤ ਹੋਇਆ ਪਿਆ। ਫਿਰ ਤਿਨ ਪ੍ਰਭ ਆਪ ਭੁਲਾਇਆ, ਉਹਨਾਂ ਨੂੰ ਪ੍ਰਭੂ ਜੀ ਨੇ ਆਪ ਭੁਲਾਇਆ ਹੈ। ਨਾ ਤਿਸ ਜ਼ਾਤ ਨਾ ਪਤ, ਫਿਰ ਨਾ ਉਸ ਮਨੁੱਖ ਦੀ ਕੋਈ ਇੱਜ਼ਤ ਤੇ ਨਾ ਕੋਈ ਪਤ। ਮਤਲਬ ਉਹ ਸਮਾਜਿਕ ਤੌਰ ਤੇ ਕਿਸੇ ਵੀ ਗਿਣਤੀ ਵਿੱਚ ਨਹੀਂ ਆਉਂਦਾ, ਜਿਨ੍ਹਾਂ ਨੂੰ ਪ੍ਰਭੂ ਆਪ ਰਸਤਾ ਭੁਲਾ ਦਿੰਦਾ ਹੈ। ਜਿਹਨੂੰ ਸਾਹਿਬ ਜੀ ਬਾਣੀ ਚ ਆਖਦੇ ਨਾ, ਜਿਸੈ ਦਿਖਾਲੇ ਵਾਟੜੀ ਤਿਸੈ ਭੁਲਾਵੈ ਕੌਣ, ਜਿਸੈ ਭੁਲਾਵੈ ਪੰਧ ਸਿਰ ਤਿਸੈ ਵਿਖਾਲੇ ਕੌਣ। ਫਿਰ ਉਹਨੂੰ ਵਿਖਾ ਨਹੀਂ ਸਕਦਾ ਜਿਹਨੂੰ ਉਹ ਕਰਤਾ ਆਪ ਭੁਲਾ ਦੇ। ਤੇ ਜਦੋਂ ਕਰਤਾ ਭੁਲਾਉਂਦਾ ਨਾ, ਮਾਲਕ ਜੀ ਬਾਣੀ ਚ ਆਪ ਜ਼ਿਕਰ ਕਰਦੇ, ਜਿਸਨੂੰ ਆਪ ਖਵਾਏ ਕਰਤਾ ਖੁਸ਼ ਲਏ ਚੰਗਿਆਈ, ਉਹ ਆਪੇ ਹੀ ਚੰਗਿਆਈਆਂ ਖੋਹ ਲੈਂਦਾ ਜਿਹਨੂੰ ਉਸ ਮਾਲਕ ਨੇ ਖੁਆਰ ਕਰਨਾ ਹੋਵੇ। ਸਤਿਗੁਰ ਪੁਰਖ ਮਿਲਾਇਆ, ਇੱਕੋ ਸੱਜਣ ਸੋਏ, ਹਰ ਜਨ ਕਾ ਰਾਖਾ ਏਕ ਹੈ, ਕਿਆ ਮਾਨਸ ਹੋ ਮੈਂ ਰੋਏ।
ਜੋ ਹਰ ਜਨ ਭਾਵੈ ਸੋ ਕਰੇ ਦਰ ਫੇਰ ਨਾ ਪਾਵੈ ਕੋਏ ਨਾਨਕ ਰਤਾ ਰੰਗ ਹਰ ਸਭ ਜਗ ਮਹਿ ਚਾਨਣ ਹੋਏ। ਸਤਿਗੁਰ ਪੁਰਖ ਮਿਲਾਇਆ, ਕਹਿੰਦੇ ਗੁਰੂ ਨੇ ਕਿਰਪਾ ਕੀਤੀ ਤੇ ਪੁਰਖ ਮਿਲਾ ਦਿੱਤਾ। ਇੱਕੋ ਸੱਜਣ ਸੋਏ, ਉਹ ਮਿਲਾਇਆ ਜਿਹੜਾ ਇੱਕੋ ਸੱਜਣ ਇੱਕੋ ਮਿੱਤਰ ਹੈ, ਜਿਹੜਾ ਇੱਕੋ ਹੀ ਮਿੱਤਰ ਹੈ ਜਿਹੜਾ ਸਦੀਵ ਰਹਿਣ ਵਾਲਾ, ਤੇ ਗੁਰੂ ਪੁਰਖ ਨੇ ਮਿਲਾ ਦਿੱਤਾ ਹੈ। ਫਿਰ ਹਰ ਜਨ ਕਾ ਰਾਖਾ ਏਕ ਹੈ, ਰੱਬ ਜੀ ਦੇ ਪਿਆਰਿਆਂ ਦਾ ਰਾਖਾ ਵੀ ਰੱਬ ਜੀ ਆਪ ਨੇ। ਕਿਆ ਮਾਨਸ ਹਉਮੈ ਰੋਏ, ਕਹਿੰਦੇ ਹੋਰ ਮਨੁੱਖ ਮਾਤਰ ਹਉਮੈ ਵਿੱਚ ਰੋਂਦੇ ਹੀ ਫਿਰਦੇ ਨੇ। ਹਰੀ ਤੋਂ ਬਿਨਾ ਮਨੁੱਖ ਨੂੰ ਨਾ ਕੋਈ ਰੱਖ ਸਕਦਾ ਤੇ ਨਾ ਹੀ ਕੋਈ ਬਚਾ ਸਕਦਾ। ਅਹੰਕਾਰ ਵਸ ਹੋਇਆ ਬੰਦਾ ਭਾਵੇਂ ਸਾਰੀ ਜ਼ਿੰਦਗੀ ਕੁਰਲਾਉਂਦਾ ਰਹੇ। ਫਿਰ ਨਾਲ ਆਖਿਆ ਸਾਹਿਬ ਜੀ ਨੇ, ਜੋ ਹਰ ਜਨ ਭਾਵੈ ਸੋ ਕਰੇ। ਰੱਬ ਜੀ ਦੇ ਪਿਆਰਿਆਂ ਨੂੰ ਜੋ ਭਾਉਂਦਾ ਹੈ ਰੱਬ ਜੀ ਉਹ ਕਰਦੇ ਨੇ। ਔਰ ਦਰ ਫੇਰ ਨਾ ਪਾਵੈ ਕੋਏ, ਉਸ ਨੂੰ ਕੋਈ ਫੇਰ ਨਹੀਂ ਸਕਦਾ ਜੋ ਸਾਹਿਬ ਕਰੇ। ਤੇ ਨਾਲੇ ਨਾਨਕ ਰਤਾ ਰੰਗ ਹਰ ਸਭ ਜਗ ਮੈਂ ਚਾਨਣ ਹੋਏ। ਹੇ ਨਾਨਕ ਜੀ, ਜਿਹੜਾ ਜੀਵ ਉਸ ਪ੍ਰਭੂ ਜੀ ਦੇ ਰੰਗ ਵਿੱਚ ਰਤਿਆ ਜਾਂਦਾ ਹੈ ਉਹਦੇ ਲਈ ਸਾਰੇ ਜਗਤ ਵਿੱਚ ਫਿਰ ਚਾਨਣ ਹੀ ਚਾਨਣ ਹੈ। ਬਸ ਉਸ ਸਾਹਿਬ ਨਾਲ ਕਿਤੇ ਜੀਵ ਰੰਗਿਆ ਜਾਏ। ਇਹੋ ਉਪਦੇਸ਼ ਮਨ ਨੂੰ ਸਾਹਿਬ ਦੇ ਰਹੇ ਕਿ ਮਨਾ ਸੁਖ ਦਾਤਾ ਹਰ ਸੋਏ। ਇੱਕ ਪਰਮਾਤਮਾ ਹੀ ਹੈ ਜਿਹੜਾ ਸੁੱਖਾਂ ਦਾ ਦਾਤਾ ਹੈ। ਇਸ ਲਈ ਉਸ ਸਾਹਿਬ ਅੱਗੇ ਆਪਾਂ ਨਤਾ ਪ੍ਰਤੀ ਅਰਜ਼ੋਈਆਂ ਤੇ ਅਰਦਾਸਾਂ ਕਰਦੇ ਰਿਹਾ ਕਰੀਏ। ਕਿਰਪਾ ਕਰੋ ਸਾਹਿਬ ਜੀਓ, ਰਹਿਮਤ ਕਰਕੇ ਸਾਡੀ ਝੋਲੀ ਵਿੱਚ ਵੀ ਆਪਣੀ ਬੰਦਗੀ ਦੀ ਦਾਤ ਪਾਓ। ਆਪ ਜੀ ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਦੀ ਪ੍ਰੀਤ ਔਰ ਪਿਆਰ ਬਖਸ਼ਿਸ਼ ਕਰੋ। ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ। ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰ ਲੈਣ। ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਦੇ ਪਾਵਨ ਬਚਨ ਹਿਰਦੇ ਵਿੱਚ ਵਸਾ ਲਈਏ। ਜੋ ਹਰ ਜਨ ਭਾਵੈ ਸੋ ਕਰੇ ਦਰ ਫੇਰ ਨਾ ਪਾਵੈ ਕੋਏ ਨਾਨਕ ਰਤਾ ਰੰਗ ਹਰ ਸਭ ਜਗ ਮੈਂ ਚਾਨਣ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।